आऊज़ु बिल्लाहि मिनश शैतानिर रजीम बिस्मिल्लाहिर्रहमानिर्रहीम अल्लाहुम्मा सल्लि अला सय्यदना मौलाना मुहम्मदिन व अला आलिहि व सहबिहि व बारिक वसल्लम। तमाम तारीफ़ें रब्बुल इज़्ज़त की हैं जो तमाम जहानों को पालने वाला है, जिसकी तमाम जहानों में बादशाहत है, जो हर चीज़ का हकीकी मालिक है। मैं हूँ हकीम आमिर शहजाद डस्का पाकिस्तान से। जितने भी मेरे दोस्त अहबाब मेरे यूट्यूब चैनल हकीम आमिर शहजाद डस्का पर नए हैं, वो चैनल को सब्सक्राइब जरूर किया करें। नाज़रीन कराम, पिछले दिनों में दो चार दिन पहले मैंने ये मेरे पास बैठे हैं बाबा जी सन्यासी शौकत अली साहब। ये हमारे इलाके की एक जानी पहचानी शख्सियत हैं। तिब्बी लिहाज से कीमियागरी, कुश्ता साजी, ख़ास तौर पर इल्मुल अका की जड़ी बूटियों का इल्म और अमलियात के लिहाज से लोग इस इलाके में इनको जानते और पहचानते हैं। मैं उस दिन भी आपका तारुफ इनसे कराया था और ये इन्होंने बताया था कि मैं हरुणाबाद तहसील चिश्तियाँ से हूँ, लेकिन ये 40 साल से यहाँ मुकीम है और 100 साल के करीब इनकी उम्र है। तो आज इनसे बात करेंगे कुश्ता साजी पर और अमलियात पर। अस्सलाम वालेकुम बाबा जी। वालेकुम सलाम जी। अच्छा बाबा जी, ਉਹ ਦਿਨ ਅਸਾਂ ਵੀਡੀਓ ਬਣਾਈ ਸੀ जी ਇਸ ਵੀਡੀਓ ਦੇ ਜ਼ਰੀਏ ਮੈਂ ਤੁਹਾਡਾ ਤਾਰਫ ਕਰਾਇਆ ਲੋਕਾਂ ਦੇ ਨਾਲ। ਆਪਣੇ ਜਿਹੜੇ ਦੋਸਤ ਅਹਬਾਬ ਨੇ ਨਾ, जी ਇਹ ਬੜਾ ਪਿਆਰ ਕਰਨ ਵਾਲੇ ਦੋਸਤ ਅਹਬਾਬ ਨੇ, ਤੇ ਇਸ ਵੀਡੀਓ ਦੇ ਜ਼ਰੀਏ ਮੈਂ ਮੁਲਾਕਾਤ ਤੁਹਾਡੀ ਕਰਾਈ। ਤੇ ਕਿਉਂਕਿ ਕਿ ਤੁਸੀਂ ਲੰਮਾ ਅਰਸਾ ਇਸ ਫੀਲਡ ਦੇ ਵਿੱਚ ਗੁਜ਼ਾਰਿਆ ਹੈ, ਕੁਸ਼ਤਾ ਸਾਜ਼ੀ ਦੇ ਵਿੱਚ, ਅਮਲੀਆਤ ਦੇ ਵਿੱਚ, ਕੀਮੀਆਗਰੀ ਦੇ ਵਿੱਚ ਔਰ ਹਿਕਮਤ ਦੇ ਵਿੱਚ, ਖਾਸ ਤੌਰ ਤੇ ਜੜੀ ਬੂਟੀਆਂ ਦੇ ਵਿੱਚ ਸੰਨਿਆਸੀ ਦੇ ਨਾਲ ਤੁਹਾਂ ਸੰਨਿਆਸ ਦੇ ਨਾਲ ਤੁਹਾਡਾ ਬੜਾ ਲਗਾਓ ਹੈ। ਉਸ ਲਿਹਾਜ਼ ਨਾਲ ਇੱਕ ਦੋਸਤ ਨੇ ਮੇਰੇ ਤੇ ਬੜਾ ਪਿਆਰ ਕਰਦੇ ਨੇ, ਉਹਨਾਂ ਮੈਨੂੰ ਕਮੈਂਟ ਕੀਤਾ, ਕਮੈਂਟ ਕਰਕੇ ਆਖਿਆ ਕਿ ਕੁਸ਼ਤਾ ਤਾਂਬਾ ਦੇ ਮੁਤਲਕ ਬਾਬਾ ਜੀ ਨਾਲ ਕੋਈ ਗੱਲ ਕਰੋ। ਤੇ ਕੁਸ਼ਤਾ ਤਾਂਬਾ ਦੇ ਮੁਤਲਕ ਤਾਂਬਾ ਕੀ ਚੀਜ਼ ਹੈ, ਇਹਨੂੰ ਕਿਵੇਂ ਤਿਆਰ ਸਹੀ ਕੀਤਾ ਜਾ ਸਕਦਾ ਹੈ, ਜਿਹੜਾ ਤੁਹਾਡਾ ਜ਼ਿੰਦਗੀ ਦਾ ਤਜਰਬਾ ਹੈ ਨਾ ਜੜੀ ਬੂਟੀ ਦੇ ਜ਼ਰੀਏ ਨਾਲ ਜਾਂ ਜਿਸ ਤਰ੍ਹਾਂ ਵੀ ਹੈ, ਇਹ ਸਾਡੇ ਨਾਜ਼ਰੀਨ ਨੂੰ ਦੱਸੋ। अस्सलाम वालेकुम जी। जनाब अली तांबा जड़ा ना ये भी एक जमीनी धात है। ठीक है। इनू कुश्ता करन दे बड़ियां जियां तरकीबां हैं। ठीक है। जो मेरे तजर्बे च आया वो मैं थानू दसना। ठीक है। एक पिलशी बूटी हुंदी, पिलशी ओदा नाम है, ਜਿਹਨੂੰ ਜਾਊ ਵੀ ਆਂਦੇ ਨੇ। जाऊ नहीं, जाऊ और चीज है, ठीक है। पिलशी एक और चीज है। ਪਿਲਸੀ ਬਾਬਾ ਜੀ ਦੋ ਕਿਸਮ ਦੀ ਹੁੰਦੀ ਹੈ ਨਾ, ਇੱਕ ਸਬਜ਼ ਇੱਕ ਸੁਰਖ। सुरख लैनी है, ठीक है। कम सो कम 1 किलो ਇਹਦਾ ਪੱਤਰ ਚਾਹੀਦੇ। ठीक है। ਉਹਨਾਂ ਨੂੰ ਕੁੱਟ ਕੇ ਬਰੀਕ ਕਰ ਲੈਣਾ, ठीक है। ਉਹਦਾ ਪਾਣੀ ਨਿਕਾਲ ਲੈਣਾ, ठीक है। ਉਹਦੇ ਵਿੱਚ 41 ਬੁਝਾ ਦੇਣੇ ਇਹਨੂੰ ਗਰਮ ਕਰ ਕਰਕੇ ਤਾਂਬੇ ਨੂੰ। ਤਾਂਬੇ ਨੂੰ। ਤਾਂਬੇ ਦਾ ਪਤਰਾ ਲੈਣਾ ਹੈ ਕਿ ਢਾਉ ਪੈਸਾ ਲੈਣਾ ਹੈ? ਢਾਊ ਪੈਸਾ ਲੈ ਲਓ, ਭਾਵੇਂ ਪਤਰਾ ਬਣਾ ਲਓ, ठीक है। ਇੱਕੋ ਹੀ ਬਾਤ ਹੈ। ठीक है। 41 ਬੁਝਾ ਦੇਣ ਤੋਂ ਬਾਅਦ ਉਹਨੂੰ ਜਨਾਬ ਉਹਦੇ ਨੁਕਦੇ 'ਚ ਉਸੇ 'ਚ ਰੱਖ ਕੇ ठीक है। ਤਕਰੀਬਨ 15 ਕਿਲੋ ਦੀ ਅੱਗ ਦੇਣੀ ਹੈ। ठीक है। ਤਿੰਨ ਹੀ ਅੱਗਾਂ ਦੇਣੀਆਂ ਉਸੇ ਨੁਕਦੇ 'ਚ। ਪਿਲਸੀ ਦੇ ਨੁਕਦੇ 'ਚ? ਹਾਂਜੀ, ਪਿਲਸੀ ਦੇ ਨੁਕਦੇ 'ਚ। ठीक है। ਉਹ ਜਨਾਬ ਬਾ ਕਰੰਟ ਤੇ ਸਫਾਈ ਹਾਲ ਚ ਤੁਹਾਨੂੰ ਮਿਲੇਗਾ। ठीक है। ਹਾਂਜੀ, ਅੱਛਾ, ਬਿਲਕੁਲ ਸਫੇਦ ਕੁਸ਼ਤਾ ਹੋਏਗਾ? ਬਿਲਕੁਲ ਸਫੇਦ ਹੋਵੇਗਾ। ਤੇ ਇਹਨੂੰ ਇਸਤੇਮਾਲ ਕਰਨ ਦਾ ਕੋਈ ਉਹ ਫੇ ਜੰਗਾਲ ਵੀ ਨਹੀਂ ਦਿੰਦਾ ਤਾਂਬਾ ਉਹਦੇ ਚ। ਕਈ ਜਜ਼ਗਾਰ ਵੀ ਨਹੀਂ ਦਿੰਦਾ? ਹਾਂਜੀ। ਠੀਕ ਹੈ। ਅੱਗੋਂ ਕੰਮ ਲੈਣਾ ਨਾ ਲੈਣਾ ਉਹ ਤੁਹਾਡਾ ਕੰਮ ਹੈ। ਅੱਛਾ, ਉਹ ਮਾਲੀ ਦਾ ਕੰਮ ਹੈ। ਹਾਂਜੀ ਉਹਨੂੰ ਕਿੱਥੇ ਇਸਤੇਮਾਲ ਕਰਾਣਾ ਹੈ ਉਹ ਆਪਣੀ ਹਿਕਮਤ ਨਾਲ ਉਹਨੇ ਕਰਾਣਾ। ਹਾਂਜੀ, ਆਪਣੀ ਹਿਕਮਤ ਨਾਲ। ਅੱਛਾ, ਇਹ ਜਿਹੜਾ ਕੁਸ਼ਤਾ ਤਾਂਬਾ ਤੁਹਾਨੂੰ ਦੱਸਿਆ ਹੈ, ਹਾਂਜੀ, ਇਹ ਜ਼ਬਰਦਸਤ ਮਕਵੀ ਬਾਹ ਹੁੰਦਾ ਹੈ? ਬਿਲਕੁਲ ਅੱਛਾ, ਪੂਰੀ ਕੁਵਤ ਰੱਖਦਾ ਹੈ। ਪੂਰੀ ਕੁਵਤ ਰੱਖਦਾ ਹੈ ਜੀ। ਤੇ ਜਿਸਮ ਨੂੰ ਤਾਕਤ ਦਿੰਦਾ ਹੈ। ਹਾਂਜੀ। ਚਲੋ ਬਾਬਾ ਜੀ, ਇਹ ਤਾਂ ਗੱਲ ਹੋ ਗਈ ਕੁਸ਼ਤਾ ਤਾਂਬੇ ਦੀ। ਹਾਂਜੀ ਉਹ ਇਸ ਵਾਸਤੇ ਮੈਂ ਗੱਲ ਕੀਤੀ ਸੀ ਕਿ ਇੱਕ ਸਾਡੇ ਦੋਸਤ ਨੇ ਬੜੇ ਪਿਆਰ ਵਾਲੇ, ਜੀ। ਉਹਨਾਂ ਮੈਨੂੰ ਕਮੈਂਟ ਕਰਕੇ ਆਖਿਆ ਕਿ ਬਾਬਾ ਜੀ ਹੋਰਾਂ ਕੋਲੋਂ ਕੁਸ਼ਤਾ ਤਾਂਬਾ ਦੇ ਮੁਤਲਕ ਪੁੱਛੋ। ਜੀ।
ਮੈਂ ਤੁਹਾਡੇ ਕੋਲ ਸਵਾਲ ਕਰ ਦਿੱਤਾ ਹੈ ਜੀ ਤੇ ਤੁਸੀਂ ਜ਼ਾਹਰ ਇੱਕ ਵੀਡੀਓ ਦੇ ਵਿੱਚ ਸਾਰੇ ਨੁਸਖੇ ਤੇ ਨਹੀਂ ਦੱਸ ਸਕਦੇ ਜੀ ਇਹ ਕਿਉਂਕਿ ਬੜਾ ਵਕਤ ਲੱਗਦਾ ਹੈ ਵਕਤ ਦਰਕਾਰ ਹੈ ਇਹਨਾਂ ਚੀਜ਼ਾਂ ਨੂੰ ਦੱਸਣਾ ਹਾਂਜੀ ਠੀਕ ਹੈ ਕੁਸ਼ਤਾ ਹੁਣ ਕੁਸ਼ਤਾ ਪਾਰਾ ਦੀ ਕੋਈ ਗੱਲ ਕਰੋ ਜੀ ਕੁਸ਼ਤਾ ਪਾਰਾ ਦੇ ਅੱਜ ਆ ਵੀਡੀਓ ਜਿਹੜੀ ਹੈ ਨਾ ਸਾਡੀ ਤਾਂ ਕੁਸ਼ਤੇ ਦੇ ਕੁਸ਼ਤਾ ਸਾਜ਼ੀ ਦੇ ਮੁਤਲਕ ਹੈ ਤੇ ਅਮਲੀਆਤ ਦੇ ਮੁਤਲਕ ਹੈ ਅਮਲੀਆਤ ਦਾ ਇੱਕ ਵਾਕਿਆ ਜਿਹੜਾ ਮੈਂ ਤੁਹਾਡਾ ਵੇਖਿਆ ਹੈ, ਜੀ ਤੁਹਾਨੂੰ ਮੈਂ ਲੈ ਕੇ ਗਿਆ ਸਾਂ ਵਾਮੀ ਰੋਡ ਤੇ ਜੀ ਠੀਕ ਹੈ ਨਾ ਜੀ ਸਾਈਂ ਮਾਲਕ ਦੇ ਘਰ ਜੀ ਤੇ ਉਹ ਤੇ ਮੇਰੀ ਅੱਖਾਂ ਵੇਖਿਆ ਵਾਕਿਆ ਨਾ ਉਹ ਮੈਂ ਆਪਣੀ ਆਵਾਮ ਨਾਲ ਸ਼ੇਅਰ ਕਰਾਂਗਾ ਜੀ ਲੇਕਿਨ ਤੁਸੀਂ ਪਹਿਲਾਂ ਕੁਸ਼ਤਾ ਆਪਣੇ ਦੋਸਤ ਅਹਬਾਬ ਜਿਹੜੇ ਨੇ ਨਾ ਇਹਨਾਂ ਨਾਲ ਮੈਂ ਉਹ ਗੱਲ ਸ਼ੇਅਰ ਕਰਾਂਗਾ ਕਿ ਮੈਂ ਉਹ ਤੁਹਾਡਾ ਜਿਹੜਾ ਨਾ ਇੱਕ ਕਮਾਲ ਦੀ ਚੀਜ਼ ਵੇਖੀ ਸੀ ਉਹ ਮੈਂ ਜ਼ਰੂਰ ਇਹਨਾਂ ਨਾਲ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਲੇਕਿਨ ਕੁਸ਼ਤਾ ਪਾਰੇ ਦੇ ਮੁਤਲਕ ਉਹ ਗੱਲ ਕਰੋ ਜੀ ਪਾਰੇ ਦਾ ਕੁਸ਼ਤਾ ਜਨਾਬ ਇਹ ਵੀ ਜੜੀ ਬੂਟੀਆਂ ਨਾਲ ਹੋ ਜਾਂਦਾ ਹੈ। ਅੱਛਾ ਮੈਂ ਇੱਕ ਚੀਜ਼ 'ਚ ਤਜਰਬਾ ਕੀਤਾ ਹੈ, ਠੀਕ ਹੈ ਜ਼ਖਮ ਹਯਾਤ 'ਚ। ਜ਼ਖਮੇ ਜਾ ਜਿਹਨੂੰ ਚਵਾਨੀ ਬੂਟੀ ਆਈ ਜਾਂਦੇ ਆ ਨਹੀਂ ਨਹੀਂ, ਹਾਂ ਇਹ ਵੇਲ ਦੀ ਸ਼ਕਲ 'ਚ ਹੋਵੇਗੀ, ਇਸਲਾਮਾਬਾਦ ਤਰਫ ਮਿਲ ਜਾਂਦੀ ਹੈ, ਠੀਕ ਹੈ ਦਰਖਤਾਂ ਤੇ ਚੜੀ ਹੁੰਦੀ ਹੈ, ਠੀਕ ਹੈ ਪੱਤਰ ਉਹਦਾ ਗੋਭੀ ਦੇ ਪੱਤਰ ਵਾਂਗੂ ਹੋਵੇਗਾ। ਠੀਕ ਹੈ ਅਸਲ ਜ਼ਖਮੇ ਯਾਦ ਹੋ ਹਾਂ ਜੀ, ਅਸਲ ਜ਼ਖਮ ਹਯਾਤ। ਤੇ ਜਿਹਨੂੰ ਇਹ ਚਵਾਨੀ ਬੂਟੀ ਜਾਂਦੇ ਆ ਇਹ ਮੈਂ ਇਸਤੇਮਾਲ ਨਹੀਂ ਕੀਤੀ। ਨਹੀਂ ਨਹੀਂ ਇਹ ਜ਼ਖਮੇ ਯਾਦ ਨਹੀਂ ਨਹੀਂ, ਇਹ ਜ਼ਖਮ ਹਯਾਤ ਨਹੀਂ ਹੈ। ਅੱਛਾ ਅਸਲ ਜ਼ਖਮੇ ਯਾਦ ਜਿਹੜੀ ਹੈ ਹਾਂ ਜੀ, ਉਹ ਵੇਲ ਨਵਾਈ ਹੈ ਵੇਲ ਨਮਾਜ਼। ਠੀਕ ਹੈ ਹਾਂ ਜੀ, ਜਾਂ ਉਹ ਦਰਿਆਏ ਇਹਦੇ ਤੋਂ ਮਿਲ ਜੇਗੀ ਜੇਲਮ ਤਰਫੋਂ, ਹੂੰ ਜਾਂ ਇਹ ਜਿਹੜਾ ਚਨਾਹ ਹੈ ਇਧਰੋਂ। ਹਾਂ ਮੈਂ ਵੈਸੇ ਉੱਥੇ ਵੇਖੀ ਇਸਲਾਮਾਬਾਦ। ਤੇ ਅੱਛਾ ਬਾਬਾ ਜੀ ਇਹ ਜਿਹੜਾ ਕੁਸ਼ਤਾ ਪਾਰਾ ਹੈ ਹਾਂ ਜੀ ਤੇ ਜ਼ਖਮੇ ਯਾਦ ਤੋਂ ਇਲਾਵਾ ਹੋਰ ਵੀ ਕਿਸੇ ਬੂਟੀ 'ਚ ਬਣ ਸਕਦਾ ਹੈ ਹਾਂ ਜੀ, ਹੋਰ ਵੀ ਬਣ ਸਕਦਾ ਹੈ। ਇਹਦੇ ਵਿੱਚ ਚਿੜੀ ਪੰਜੇ 'ਚ ਵੀ ਬਣ ਜਾਂਦਾ ਹੈ। ਚਿੜੀ ਪੰਜਾ ਦੀ ਇੱਕ ਬੜੀ ਅਕਸੀਰੀ ਬੂਟੀ ਹੈ ਹਾਂ ਜੀ ਮੈਂ ਵੇਖੀ ਵੀ ਹੈ ਮੈਂ ਹੁਣ ਉਹ ਮੌਸਮ ਆ ਗਿਆ ਹੈ, ਹਾਂ ਜੀ ਹੁਣ ਉਹ ਪੁੰਗਰਦੀ ਹੈ ਪਈ ਜੀ ਉਹ ਹਰੀ ਭਰੀ ਹੁੰਦੀ ਹੈ ਤਾਂ ਆਪਣੇ ਨਾਜ਼ਰੀਨ ਨੂੰ ਆਪਣੇ ਦੋਸਤਾਂ ਨੂੰ ਮੈਂ ਚਿੜੀ ਪੰਜਾ ਵਹਾਵਾਂਗਾ ਕਿ ਚਿੜੀ ਪੰਜਾ ਇਹਨੂੰ ਆਉਂਦੇ ਨੇ ਜੀ ਜੀ ਉਹਦੇ ਵੀਡੀਓ ਵੀ ਬਣਾਵਾਂਗਾ। ਜੀ, ਅੱਛਾ ਚਿੜੀ ਪੰਜੇ ਦੇ ਵਿੱਚ ਇਹਦਾ ਬਿਹਤਰੀਨ ਕੁਸ਼ਤਾ ਹੋ ਜਾਂਦਾ ਹੈ। ਬਿਹਤਰੀਨ ਹੁੰਦਾ। ਅੱਛਾ ਬਾਬਾ ਜੀ ਇਹਦੇ ਮੁਤਲਕ ਸੁਰਖ ਰੰਗ ਦਾ ਹੋਏਗਾ, ਸੁਰਖ ਰੰਗ ਦਾ ਸੁਰਖ ਰੰਗ ਦਾ। ਅੱਛਾ ਇੱਕ ਤੁਹਾਨੂੰ ਮੈਨੂੰ ਕੁਸ਼ਤਾ ਦੱਸਿਆ ਸੀ ਅੱਜ ਤੋਂ ਤਕਰੀਬਨ 20-22 ਸਾਲ ਪਹਿਲਾਂ ਜੀ ਸ਼ਾਇਦ ਤੁਹਾਨੂੰ ਯਾਦ ਹੋਏਗਾ ਤੁਸੀਂ ਕਿਹਾ ਸੀ ਕਿ ਤਾਂਬਾ ਪਾਰਾ ਲੈ ਕੇ ਨਾ 5 ਤੋਲੇ ਤੇ 5 ਤੋਲੇ ਪਾਰਾ ਲੈਣਾ ਹੈ ਤੇ 5 ਤੋਲੇ ਜਿਹੜਾ ਨਾ ਉਹ ਸਿਮਲਫਾਰ ਲੈਣਾ ਹੈ। ਜੀ ਦੋਵਾਂ ਨੂੰ ਨਾ 5 ਤੋਲੇ ਪਾਰਾ ਤੇ 5 ਤੋਲੇ ਗੰਧਕ ਜੀ ਦੋਵਾਂ ਦੀ ਕਜਲੀ ਤਿਆਰ ਕਰਨੀ ਹੈ। ਜੀ ਕਜਲੀ ਤਿਆਰ ਕਰਨ ਤੋਂ ਬਾਅਦ ਤੁਹਾਂ ਮੈਨੂੰ ਆਖਿਆ ਸੀ ਕਿ ਇਹਨਾਂ ਨੂੰ ਸ਼ਰਾਬ ਬਰਾਂਡੀ 'ਚ ਖੱਲ ਕਰ ਲੈਣਾ। ਹੂੰ ਇੱਕ ਪਾਓ ਸ਼ਰਾਬ ਬਰਾਂਡੀ ਜਿਹੜੀ ਹੈ ਜੀ। ਖਾਲਸ ਜਿਹੜੀ ਹੈ ਜੀ ਉਹ ਵਿੱਚ ਜਜ਼ਬ ਹੋਈ ਜੀ ਇੰਜ ਗੱਲ ਹੈ ਹਾਂ ਜੀ ਉਹਨੂੰ ਤਾਂਬੇ ਦੀ ਕਟੋਰੀ 'ਚ ਪਾਣਾ ਹੈ ਜੀ ਯਾਨੀ ਉਹ ਭਾਂਡਾ ਜਿਹੜਾ ਉਹ ਲੋਹੇ ਦਾ ਨਾ ਹੋਵੇ ਤਾਂਬੇ ਦੀ ਇੱਕ ਐਸੀ ਕਟੋਰੀ ਹੋਵੇ ਜਿਹਦੇ ਵਿੱਚ ਹਵਾ ਅੰਦਰ ਬਾਹਰ ਨਾ ਜਾ ਸਕੇ ਜੀ ਉਹਨੂੰ ਤਾਂ ਰੂੜੀ 'ਚ ਦਫਨ ਕਰ ਦੇਣਾ ਉਹ ਕਟੋਰੀ 'ਚ ਪਾ ਕੇ ਹਾਂ ਜੀ ਰੂੜੀ 'ਚ ਦਫਨ ਕਰ ਦੇਣਾ ਤੇ 40 ਦਿਨ ਬਾਅਦ ਕੱਢ ਲਵੋ ਤੇ ਤਾਂਬਾ ਸੁਰਖ ਰੰਗ ਦਾ ਕੁਸ਼ਤਾ ਪਾਰਾ ਸੁਰਖ ਰੰਗ ਦਾ ਤਿਆਰ ਹੋਵੇਗਾ। ਜੀ ਇਹ ਵਾਕਈ ਬਾਬੇ ਗੱਲ ਠੀਕ ਹੈ ਬਿਲਕੁਲ ਸਹੀ। ਇਹ ਗੱਲ ਠੀਕ ਹੈ ਹਾਂ ਜੀ ਤੇ ਸੁਣਿਆ ਕਿ ਕੂਵਤ ਬਾਹ ਤੇ ਬੜਾ ਕੰਮ ਕਰਦਾ ਹੈ ਕੰਮ ਕਰ ਤੇ ਕੂਵਤ ਬਾਹ ਨੂੰ ਬੜਾ ਜਿਹੜਾ ਨਾ ਉਹ, ਸਹੀ ਕਰਦਾ ਹੈ। ਅੱਛਾ ਬਾਬਾ ਜੀ ਹੁਣ ਮੈਨੂੰ ਇਹ ਦੱਸੋ ਕਿ ਕੁਸ਼ਤਾ ਪਾਰਾ ਜਿਹੜਾ ਹੈ ਜੀ ਇਹ ਮੁਖਤਲਿਫ ਜੜੀਆਂ ਬੂਟੀਆਂ ਵਿੱਚ ਤਿਆਰ ਹੋ ਸਕਦਾ ਹੈ। ਬਿਲਕੁਲ ਹੋ ਸਕਦਾ। ਅੱਛਾ ਹਾਂ ਜੀ ਇਹ ਮੈਨੂੰ ਇਹ ਦੱਸਣਾ ਹੈ ਕਿ ਸਾਡੇ ਦੋਸਤਾਂ ਬਾਬਾ ਨੂੰ ਕਿ ਕਿਹੜੀ ਕਿਹੜੀ ਬੂਟੀ ਦੇ ਵਿੱਚ ਕੁਸ਼ਤਾ ਪਾਰਾ ਜਿਹੜਾ ਬਿਹਤਰੀਨ ਤਿਆਰ ਹੋ ਜਾਂਦਾ। ਇਹ ਜ਼ਖਮ ਹਯਾਤ 'ਚ ਵੀ ਹੋ ਜਾਂਦਾ ਹੈ। ਠੀਕ ਹੈ ਫਿਰ ਇੱਕ ਬੂਟੀ ਹੈ ਜਿਹਦਾ ਨਾਮ ਆਮ ਬੰਦਿਆਂ ਨੂੰ ਪਤਾ ਹੈ, ਹਾਂ ਸੰਖਾ ਹੌਲੀ। ਸੰਖਾ ਹੌਲੀ ਤੇ ਮਸ਼ਹੂਰ ਬੂਟੀ ਹੈ ਨਾ ਹਾਂ ਜੀ, ਇਹਦੇ 'ਚ ਵੀ ਹੋ ਜਾਂਦਾ ਹੈ। ਮੈਂ ਤੇ ਉਹਦੀ ਵੀਡੀਓ ਵੀ ਬਣਾਈ ਹੈ। ਠੀਕ ਹੈ, ਠੀਕ ਹੈ। ਬਹੁਤ ਅੱਛੀ ਬੂਟੀ ਹੈ, ਉਹਦਾ- ਅਕਸੀਰੀ ਹੈ। ਦਿਮਾਗ ਵਾਸਤੇ ਉਹਦਾ ਸ਼ਰਬਤ ਬੜਾ ਕੰਮ ਕਰਦਾ ਹੈ ਹਾਂ ਜੀ ਤੇ ਅਕਸੀਰੀ ਬੂਟੀ ਹੈ, ਸੰਖਾ ਹੌਲੀ 'ਚ ਤਿਆਰ ਹੋ ਜਾਂਦਾ ਹੈ। ਜੀ ਹਾਂ। ਅੱਛਾ ਹੁਣ ਮੈਨੂੰ ਇਹ ਦੱਸੋ ਬਾਬਾ ਜੀ ਕਿ ਇਹ ਜਿਹੜਾ ਵੇ ਇਹਨੂੰ ਆਂਦੇ ਨੇ ਕੁਸ਼ਤਾ ਤਾਂਬਾ ਜਿਹੜਾ ਹੈ ਇਹ ਸੁਣਿਆ ਕੁਵਾਰਗੰਦ 'ਚ ਬੜਾ ਸੋਹਣਾ ਕੁਸ਼ਤਾ ਹੁੰਦਾ ਹਾਂ ਜੀ, ਸੁਰਖ ਰੰਗ ਦਾ ਹੋ ਜਾਂਦਾ ਹੈ ਇਹਦੇ 'ਚ। ਕੁਵਾਰਗੰਦਰ 'ਚ। ਹਾਂ ਜੀ, ਅੱਛਾ ਥੋਰ 'ਚ ਵੀ ਹੋ ਜਾਂਦਾ ਹੈ। ਅੱਛਾ ਡੰਡਾ ਥੋੜ 'ਚ ਹੋ ਜਾਂਦਾ ਹੈ ਹੋ ਜਾਂਦਾ। ਇਹਦੇ ਦੁੱਧ 'ਚ ਕਿਤੇ ਨੁਕਤੇ 'ਚ ਨੁਕਦੇ 'ਚ ਦੇ ਦਿਓ, ਭਾਵੇਂ ਦੁੱਧ 'ਚ ਦੇ ਦਿਓ। ਹੋ ਜਾਂਦਾ ਕੁਸ਼ਤਾ। ਠੀਕ ਹੈ ਸਫੈਦ ਰੰਗ ਦਾ ਸਫੇਦ ਰੰਗ ਦਾ ਤੇ ਕੰਮ ਕਰਦਾ ਹੈ। ਕੰਮ ਵੀ ਕਰ। ਅੱਛਾ ਹੁਣ ਬਾਬਾ ਜੀ ਅਸੀਂ ਗੱਲ ਕਰਾਂਗੇ ਅੱਜ ਗੱਲ ਆਪਣੇ ਦੋਸਤਾਂ ਬਾਬਾ ਨਾਲ ਕੁਸ਼ਤਾ ਸਾਜ਼ ਦੀ ਗੱਲ ਪੇ ਕਰਨੇ ਆ। ਕੁਸ਼ਤਾ ਨੀਲਾ ਨੀਲਾ ਜਿਹੜਾ ਕਿ ਤਾਂਬੇ ਦਾ ਹੀ ਰੰਗ ਹੁੰਦਾ ਹੈ ਜੀ। ਇਹਦੇ ਬਾਰੇ ਕੋਈ ਗੱਲ ਦੱਸੋ। ਇਹ ਜਨਾਬ ਲਈ ਤੁਸੀਂ ਉਹ
ਕੀ ਇਹਦਾ ਨਾਂ ਹੈ, ਵੇਖੋ ਜੀ ਬੂਟੀ ਦਾ ਮੇਰੇ ਜ਼ਿਹਨ ਚੋਂ ਨਿਕਲ ਗਿਆ। ਬਰਮ ਡੰਡੀ ਵਾਂਗੂ ਹੁੰਦੀ ਹੈ ਬੂਟੀ, ਅੱਛਾ ਤੇ ਉਹਦਾ ਨਾਂ ਜਨੁਤਰੀ ਜਨੁਤਰੀ ਦਨੂਤਰੀ, ਦਨੂਤਰੀ ਠੀਕ ਹੈ ਦਨੂਤਰੀ। ਹਾਂਜੀ, ਫਾਰਸੀ ਦਾ ਲਫ਼ਜ਼ ਹੈ। ਅੱਛਾ ਅਸਲ ਗੱਲ ਹੈ, ਆਪਣੇ ਨਾਜ਼ਰੀਨ ਨੂੰ ਦੱਸ ਦਿਆਂ ਕਿ ਸਾਡੇ ਬਜ਼ੁਰਗ ਜਿਹੜੇ ਨੇ ਸੰਨਿਆਸੀ ਬਾਬਾ ਸ਼ੌਕਤ ਅਲੀ ਸਾਹਿਬ ਆਫ ਡਸਕਾ, ਕਿਉਂਕਿ ਉਮਰ ਇਹਨਾਂ ਦੀ ਕਾਫੀ ਜ਼ਿਆਦਾ 100 ਸਾਲ ਦੇ ਕਰੀਬ ਇਹਨਾਂ ਦੀ ਉਮਰ ਹੈ, ਤੇ ਜਿਹਦੀ ਵਜ੍ਹਾ ਤੋਂ ਬਾਜ਼ ਗੱਲਾਂ ਭੁੱਲ ਵੀ ਗਏ ਨੇ, ਤੇ ਕਿਉਂਕਿ ਉਮਰ ਦਾ ਇੱਕ ਤਕਾਜ਼ਾ ਹੈ ਤੇ ਇਹਦੇ ਵਾਸਤੇ ਤੁਹਾਂ ਖਵਾ ਨਹੀਂ ਹੋਣਾ। ਕਿਉਂਕਿ ਅੱਜ ਤੋਂ 40 ਸਾਲ ਪਹਿਲਾਂ ਜਦੋਂ ਇਹ ਸਾਡੇ ਘਰ ਹੁੰਦੇ ਹੁੰਦੇ ਹਨ, ਮੇਰੇ ਵਾਲ ਸਾਹਿਬ ਇਹਨਾਂ ਦੇ ਬੜੇ ਅੱਛੇ ਤਲੁਕਾਤ ਸਨ, ਉਦੋਂ ਬਾਅਦ ਮੇਰੇ ਨਾਲ ਵੀ ਬੜੇ ਅੱਛੇ ਤਲੁਕਾਤ ਨੇ, ਤੇ ਇਹਨਾਂ ਦਾ ਹਾਫਜ਼ਾ ਅਸਰਾ ਸੀ। ਇਹਨਾਂ ਕਦੀ ਜ਼ਿੰਦਗੀ ਦੇ ਵਿੱਚ ਮੈਂ ਨਹੀਂ ਵੇਖਿਆ ਇਹਨਾਂ ਨੂੰ ਕਿਤਾਬ ਜਾਂ ਨੋਟ ਕਰਦੇ ਆ, ਕਿਸੇ ਚੀਜ਼ ਨੂੰ ਨੋਟ ਕਰਦੇ ਆ ਮੈਂ ਨਹੀਂ ਵੇਖਿਆ, ਨਾ ਇਹਨਾਂ ਕਦੀ ਕੀਤਾ। तमाम नुस्खाजात, तमाम किस्म की सन्यास और तमाम कीमियागरी के नुस्खे और तमाम अमलियात ज़बानी इन्होंने सारे ही फसन, लेकिन उम्र का तकाजा है कि बाद चीज़ां जड़ियां ने वो ज़हन च नहीं खलोंदियां या ज़हन च नहीं ठहरदियां, दिमाग च नहीं ठहरदियां। लेकिन यकीन करो कि मैं इन्होंने कभी भी कोई नुस्खा, कोई कुश्ता या कोई बूटी किसी कागज़ से नोट कर दियां। क्यों भाभी जी गल रही है? ਇੰਝ ਹੀ ਗੱਲ ਹੈ, ਬਿਲਕੁਲ। और सब तो वड्डी गल है वे, मैं इन्होंने खुद सफ़र करके वेख्या कि 20-25 मील ये पैदल सफ़र करेंगे, इन्होंने कोई मसला नहीं होता। लेकिन हुण उम्र का तकाजा है, ये भी चलो टुर फिर लेंदे ने। अज फिर मैं इन्होंने घरों जाके ना तो मैं इन्होंने अपने साथ लैके आया, तो मैं उत्थे बह के कोई 4 गल्लां करी अपने नाज़रीन नूं, फिर तुहाडी मुलाकात दूसरी दफ़ा कराइए। और पहली वीडियो हाँ बनाई तो काफ़ी पजीराई दी, तुहाडे दोस्तां दी बड़ी मेहरबानी। तो नाज़रीन कहम इन्हां दी मजीद गल्लां मैं तुहानूं दसना वा, सुनाना वा। इन्हां दा अमलिया दा एक वाकया ऐसा गुजरिया जिहड़ा कि मैं अपनी अखां नाल वेखिआ, वो तुहानूं मैं शेयर करांगा क्योंकि मेरे कोल बैठे ने। यकीन करो कि इंज दा अमल दा अमलिया दा इंज दा वाकया मैं नहीं वेखिआ। बहुत बड़े बंदे वेखे ने, सारे झूठे, लेकिन बाबा जी ने मैनूं तसल्ली दी कि काम मैं कर देंगा, लेकिन ਇਹਦੇ वास्ते ਤੁਹਾਨੂੰ ਇਹ ਕੁਝ ਕਰਨਾ ਪੈਣਾ। ਉਹਨਾਂ की शर्त रखी, ਉਹ पूरी की तो बाबा जी ने काम कर दिता सी। अच्छा बाबा जी उमरा दसो कि कुश्ता फुलाद जड़ा ਇਹਦੀ कोई आसान तरकीब दसो। ਇਹ जनाब हाथी सुंडी च बना लो। अच्छा आसान तरीका है, ठीक है। ਇਹਦਾ ਪਾਣੀ ਕੱਢ ਕੇ हाँ हाँ ਤੁਸੀਂ ਉਹ 2-3 ਦਿਨ ਰੱਖੋਗੇ हाँ ਤਾਂ ਇਹ ਖੁਰ ਜਾਏਗਾ। ठीक है 2-3 ਦਿਨਾਂ ਚ ठीक है। ਬਾਅਦ ਚ ਖਰਲ ਕਰ ਲਓ ਤਾਂ ਬਾਅਦ ਉਹ ਆਪਣਾ फुलाद ਫੁਲਾਦ ਤਿਆਰ ਹੈ। बिल्कुल ਬਿਲकुਲ और कमाल का काम करता। ਕਮਾਲ ਦਾ ਕੰਮ ਕਰ। अच्छा बाबा जी मैं सुनिया कि ਜਿਹੜਾ ਕੁਸ਼ਤਾ ਕਲੀ ਹੈ, ਕੁਸ਼ਤਾ ਕਲੀ ਜਿਹੜਾ ਇੱਕ ਕਿੱਕਰ ਦੇ ਵਿੱਚ ਬੜੀ ਚੰਗੀ ਰਹਿੰਦੀ ਹੈ। ਜੀ ਜੀ ਠੀਕ ਹੈ। ਹਾਂਜੀ ਕਿੱਕਰ ਤੋਂ ਇਲਾਵਾ ਵੀ ਕਿਸੇ ਹੋਰ ਬੂਟੀ 'ਚ ਚੰਗੀ ਬਣ ਸਕਦੀ ਹੈ? ਹਾਂਜੀ, ਪਿੱਪਲ ਚ ਬਣ ਜਾਂਦੀ ਹੈ। ਬਹੁਤ ਚੰਗੀ ਬਣਦੀ ਹੈ। ਹਾਂਜੀ, ਭੰਗ 'ਚ ਵੀ? ਭੰਗ ਚ ਵੀ ਬਣ ਜਾਂਦੀ ਹੈ। ਹੋਰ ਬੂਟੀਆਂ ਬੜੀਆਂ ਜਿਹਨਾਂ ਚ ਤਿਆਰ ਹੋ ਜਾਂਦਾ ਕਲੀ ਜਿਹੜੀ ਹੈ। ਹਾਂ ਕਲੀ। ਅੱਛਾ ਮੈਨੂੰ ਇਹ ਦੱਸੋ ਕਿ ਜਿਹੜਾ ਕੁਸ਼ਤਾ ਸਿੱਕਾ ਹੈ ਹਾਂਜੀ, ਇਹ ਸਭ ਤੋਂ ਚੰਗਾ ਕਿਸ ਬੂਟੀ 'ਚ ਰਹਿੰਦਾ ਹੈ? ਇਹ ਜਨਾਬ ਜਿਹੜੀ ਤੁਸੀਂ ਦੱਸੀ ਸੀ ਨਾ ਪਹਿਲੇ ਜ਼ਖਮੇ ਹੱਥ ਚਵਾਨੀ ਬੂਟੀ ਜਿਹੜੀ ਆ ਹਾਂ ਉਹਦੇ ਚ ਫਸਟ ਕਲਾਸ ਹੋ ਜਾਂਦਾ ਕੁਛ ਤਾਂ। ਸਿੱਕੇ ਦਾ? ਹਾਂ ਸਿੱਕੇ ਦਾ। ਠੀਕ ਹੈ। ਤੇ ਮੈਂ ਸੁਣਿਆ ਬਾਬਾ ਜੀ ਇਹ ਜਿਹੜੀ ਬੋਰਡ ਦੀ ਦਾੜੀ ਹੈ ਇਹਨੂੰ ਬੜਾ ਅੱਛਾ ਕੁਸ਼ਤਾ ਕਰਦੀ ਹੈ। ਵੇਖੋ ਮੈਂ ਉਹਦੇ ਚ ਤਜਰਬਾ ਨਹੀਂ ਕੀਤਾ। ਠੀਕ ਹੈ। ਹਾਂਜੀ, ਹੁਣ ਵੈਸੇ ਪੜਿਆ ਹੈ ਮੈਂ ਕਿ ਕੁਛ ਤਾਂ ਹੋ ਸਕਦਾ ਹੈ ਬੋਰਡ ਦੀ ਦਾੜੀ 'ਚ। ਠੀਕ ਹੈ। ਅੱਛਾ ਇਹ ਜਿਹੜਾ ਵੇ ਕੁਸ਼ਤਾ ਚਾਂਦੀ ਜਿਹੜਾ ਹੈ, ਅੱਜ ਕਿਉਂਕਿ ਕੁਸ਼ਤਾ ਸਾਜੀ पे ਗੱਲ ਕਰਨੇ ਆ, ਤੇ ਕੁਸ਼ਤਾ ਚਾਂਦੀ ਜਿਹੜਾ ਹੈ ਸਭ ਤੋਂ ਆਲਾ ਕਿਸ ਬੂਟੀ 'ਚ ਤਿਆਰ ਹੁੰਦਾ? ਇਹ ਜਨਾਬ ਸਭ ਤੋਂ ਆਲਾ ਜਿਹੜਾ ਪੁਸ਼ਤਾ ਨਾ ਇਹਦਾ ਹਾਂ ਹਾਂ ਸਿੰਬਲ ਦੇ ਸੱਕ ਚ ਕਰ ਲਓ। ਸਿੰਬਲ ਦੇ ਸੱਕ 'ਚ? ਅੱਛਾ ਬਾਬਾ ਜੀ ਮੈਨੂੰ ਇੱਕ ਸਿੰਬਲ ਦਾ ਨਾਂ ਸੁਣ ਕੇ ਇੱਕ ਗੱਲ ਯਾਦ ਆ ਗਈ। ਅੱਜ ਤੋਂ ਤਕਰੀਬਨ 15-16 ਸਾਲ ਪਹਿਲਾਂ, 18 ਸਾਲ ਪਹਿਲਾਂ ਤੁਸੀਂ ਮੇਰੇ ਕੋਲ ਬਾਜ਼ਾਰ ਮੇਰੇ ਦਵਾਖਾਨੇ ਦਿੰਦੇ ਹੁੰਦੇ ਹੋ, ਇੰਜੀ ਬਾਤ ਹੈ। ਉੱਥੇ ਇੱਕ ਮਰੀਜ਼ ਬੈਠਾ ਸੀ ਜਿਹੜਾ ਕਿ ਸ਼ੂਗਰ ਦਾ ਮਰੀਜ਼ ਸੀ, ਇੰਜੀ ਗੱਲ ਹੈ। ਤੇ ਉਹ ਮੇਰੇ ਨਾਲ ਗੱਲ ਪਿਆ ਕਰਦਾ ਸੀ ਤੇ ਤੁਹਾਂ ਮੇਰੀ ਗੱਲ ਢੋਕੀ, ਕਿਉਂਕਿ ਅਸੀਂ ਹੁਕਾ ਉੱਥੇ ਪਾਉਂਦੇ ਹੁੰਦੇ ਹਾਂ ਦੁਕਾਨ ਤੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸ ਦਿਆਂ ਕਿ ਅਸੀਂ ਨਾ ਦੁਕਾਨ ਤੇ ਹੁਕਾ ਪਾਉਂਦੇ ਹੁੰਦੇ ਹਾਂ ਤੇ ਦਵਾਖਾਨੇ ਤੇ ਹੁਕਾ ਪਾਉਂਦੇ ਹੁੰਦੇ ਹਾਂ, ਤੇ ਅਕਸਰ ਵਡੇਰੇ ਬੰਦੇ ਜਿਹੜੇ ਨੇ, ਕਿਉਂਕਿ ਜਵਾਨ ਨੇ ਜਿਹੜੇ ਮੁੰਡੇ ਛੁੰਡੇ ਨੇ ਤੇ ਹੁਕਾ ਨਹੀਂ ਪੀਂਦੇ, ਤੇ ਅਕਸਰ ਵਡੇਰੇ ਬੰਦੇ ਜਿਹੜੇ ਨੇ ਹੁੱਕੇ ਦੇ ਸ਼ੌਕੀਨ ਜਿਹੜੇ ਨੇ ਸਾਡੇ ਕੋਲ
ਆਉਂਦੇ ਰਹਿੰਦੇ ਸਨ ਹੁੱਕੇ ਦੀ ਵਾਰੀ ਲਾਣ। ਇਹ ਕੋਈ 18-20 ਸਾਲ ਪੁਰਾਣੀ ਤੁਹਾਨੂੰ ਮੈਂ ਗੱਲ ਦੱਸਣਾਗਾ। ਨਾਲ ਹਾਂ ਪੰਸਾਰ ਸਟੋਰ ਰੱਖਿਆ ਸੀ, ਨਾਲ ਪ੍ਰੈਕਟਿਸ ਕਰਨੇ ਹਾਂ, ਨਾਲ ਦੁਆ ਦਾ ਇਲਾਜ ਮਾਲਜਾ ਕਰਨੇ ਹਾਂ, ਨਾਲ ਪੰਸਾਰ ਦਾ ਕੰਮ ਸੀ। ਇਹ ਬਜ਼ੁਰਗ ਮੇਰੇ ਕੋਲ ਵਾਰੀ ਲਾਣ ਆਏ ਨੇ ਤੇ ਇਹਨਾਂ ਕਿਹਾ ਮੈਂ ਬੈਠੇ ਨੇ ਚਾਹ ਸ਼ਾਹ ਪੀਤੀ ਹੈ, ਕਿਉਂਕਿ ਤੁਹਾਨੂੰ ਦੱਸਿਆ ਕਿ 40-42 ਸਾਲ ਤੋਂ ਮੇਰਾ ਇਹਨਾਂ ਤਲਕ ਹੈ। ਸਾਡੇ ਘਰੋਂ ਮੈਂ ਛੋਟਾ ਜਿਹਾ, ਸਾਡੇ ਘਰ ਹੁੰਦੇ ਹੁੰਦੇ ਹਨ। ਸਾਡੇ ਨਾਲ ਵਾਲਦ ਸਾਹਿਬ ਨਾਲ ਇਹਨਾਂ ਦੇ ਬੜੇ ਅੱਛੇ ਤਲੁਕਾਤ ਸਨ। ਤੇ ਇਹ ਉੱਥੇ ਆਏ ਨੇ, ਬੈਠੇ ਨੇ, ਤੇ ਇੱਕ ਮਰੀਜ਼ ਆਇਆ, ਉਹ ਸ਼ੂਗਰ ਤੇ ਮੇਰੇ ਨਾਲ ਬਹਿਸ ਪਿਆ ਕਰਦਾ ਹੈ। ਤੇ ਉਹਨੇ ਕਿਹਾ ਬੜੀ ਉਹਨੇ ਜਿਹੜੀ ਹੈ ਨਾ ਹਿਕਮਤ ਦੀ ਉਹ ਤਜ਼ਲੀਲ ਪਿਆ ਕਰਦਾ ਸੀ, ਹਿਕਮਤ ਦੀ ਉਹ ਯਾਨੀ ਮੁਖਾਲਫਤ ਪਿਆ ਕਰਦਾ ਸੀ। ਆਂਦਾ ਹੀ ਸ਼ੂਗਰ ਦਾ ਇਲਾਜ ਹੀ ਕੋਈ ਨਹੀਂ, ਸਭ ਡਰਾਮੇ ਕਰਦੇ ਹੋ, ਇੰਜ ਕਰਦੇ ਹੋ, ਇਹ ਕਰਦੇ, ਕਿਉਂ ਬਾਬਾ ਜੀ? ਕਾਫੀ ਜ਼ਿਆਦਾ ਉਹ ਬੰਦਾ ਜਿਹੜਾ ਨਾ ਬਕਵਾਸ ਪਿਆ ਕਰਦਾ ਹੈ। ਸਾਡੇ ਫਨ ਤਿਬ ਨੂੰ ਉਹ ਨੀਚਾ ਵਹਾਂਡਿਆ ਸੀ। ਤੇ ਬਾਬਾ ਜੀ ਨੇ ਉਹਦੀ ਗੱਲ ਸੁਣ ਕੇ ਤੇ ਹੁੱਕੇ ਦੀ ਨੜੀ ਛੱਡ ਕੇ ਤੇ ਆਖਿਆ ਗੱਲ ਸੁਣੋ ਮੇਰੀ, ਨੁਸਖਾ ਤੈਨੂੰ ਮੈਂ ਦੱਸਣਾ, ਇਹ ਤੂੰ ਹੁਣੇ ਹੀ ਲਾਈ ਆ ਤੇ 8 ਦਿਨਾਂ ਬਾਅਦ ਆ ਕੇ ਮੈਨੂੰ ਦਸੀ, ਤੇ ਜਿਹੜਾ ਤੇਰਾ ਮੂੰਹ ਦੂਜੇ ਪਾਸੇ ਨਾਲ ਲੱਗ ਗਿਆ ਸਾਰੀ ਜ਼ਿੰਦਗੀ ਕੋਈ ਹਿਕਮਤ ਦੇ ਬਾਰੇ ਗੱਲ ਨਹੀਂ ਕਰੇਗਾ। ਇਹਨਾਂ ਬਾਬਾ ਜੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਉਹਨੂੰ ਦੱਸਿਆ ਸੀ ਸੱਕ ਸਿੰਬਲੂ। ਜੀ ਸੱਕ ਸਿੰਬਲੂ, ਬਿਲਕੁਲ ਸੱਕ ਸਿੰਬਲੂ ਜੀ ਜੀ। ਤੇ ਦੂਜੀ ਚੀਜ਼ ਬਾਬਾ ਜੀ ਕਿਹੜੀ ਸੀ ਵਿੱਚ, ਮੈਨੂੰ ਮੈਂ ਉਹ ਭੁੱਲ ਗਿਆ। ਉਹ ਜਨਾਬ ਆਪਣਾ ਗੂੰਦ ਪਾ ਲਓ, ਇਹਦੀ ਸਿੰਬਲ ਦੀ ਪਾ ਲਓ। ਨਹੀਂ ਤੁਸੀਂ 3 ਚੀਜ਼ਾਂ ਦੱਸੀਆਂ ਸਨ, ਮੈਨੂੰ ਚੰਗੀ ਤਰ੍ਹਾਂ ਯਾਦ ਨੇ। 3 ਚੀਜ਼ਾਂ ਦਾ ਨੁਸਖਾ ਦੱਸਿਆ ਸੀ ਤੇ ਤੁਸੀਂ ਇਹ ਗੱਲ ਕੀਤੀ ਸੀ, ਆਪਣੀ ਬਕਵਾਸ ਬੰਦ ਕਰ ਲੈ ਤੇ ਜਾ ਕੇ ਨੂੰ ਖਾ। ਜੇ ਕੋਈ ਕਸਰ ਰਹਿ ਗਈ ਨਾ ਫੇਰ ਗੱਲ ਕਰੀ। ਤੂੰ ਆ ਕੇ ਹਕੀਮਾਂ ਦੇ ਖਿਲਾਫ, ਸਾਡੇ ਦੇਸੀ ਇਲਾਜ ਮਾਲਜੇ ਦੇ ਖਿਲਾਫ ਗੱਲਾਂ ਪਿਆ ਕਰਨਾ ਹੈ। ਤੈਨੂੰ ਪਤਾ ਨਹੀਂ ਕਿ ਜੜੀ ਬੂਟੀਆਂ ਅੱਲਾਹ ਤਾਲਾ ਨੇ ਕਿੰਨੀ ਸ਼ਫਾ ਰੱਖੀ ਹੈ। ਇਹਨਾਂ ਨੁਸਖਾ ਮੈਂ ਦੱਸ ਦਿੰਦਾ ਵਾ। ਇਹਨਾਂ ਨੁਸਖਾ ਦੱਸਿਆ ਸੀ ਜੀ, ਆਵਾਮ ਨੂੰ ਗੱਲਾਂ ਦੇ ਵਿੱਚ ਗੱਲ ਟੁਰ ਪਈ ਹੈ। ਤੇ ਵੇਖੋ ਗੱਲ ਹੁੰਦੀ ਹੈ ਜਿਹੜੀ ਕਿਸੇ ਨੂੰ ਫਾਇਦਾ ਦੇਵੇ, ਤੇ ਜੇ ਫਾਇਦਾ ਨਹੀਂ ਤਾਂ ਸਾਡੀ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ। ਇਹਨਾਂ ਦੱਸਿਆ ਸੱਕ ਸਿੰਬਲੂ, ਤੇ ਤੁਸੀਂ ਯਕੀਨ ਨਹੀਂ ਕਰਨਾ, ਪਹਿਲੀ ਵਾਰੀ ਮੈਂ ਨਾਂ ਸੁਣਿਆ ਸੀ। ਹਾਲਾਂਕਿ ਅਸੀਂ ਪੰਸਾਰ ਦਾ ਕੰਮ ਕਰਨੇ ਹਾਂ, ਕਦੀ ਨਹੀਂ ਲਿਆਂਦਾ, ਨਾ ਸਾਡੇ ਕੋਲ ਮੌਜੂਦ ਸੀ। ਤੇ ਇਹਨਾਂ ਕਿਹਾ ਸੱਕ ਸਿੰਬਲੂ ਤੇ ਤੁਖਮ ਸ਼ਰੀ, ਸੱਕ ਸਿੰਬਲੂ, ਤੁਖਮ ਸ਼ਰੀ ਤੇ ਕੌੜੇ ਜਾਉ। ਇਹਨਾਂ 3 ਚੀਜ਼ਾਂ ਦਾ ਨੁਸਖਾ ਮੈਨੂੰ ਅੱਜ ਤੱਕ ਜ਼ੁਬਾਨੀ ਯਾਦ ਹੈ। ਇਹਨਾਂ ਉਹ ਬੰਦੇ ਨੂੰ ਦੱਸਿਆ, ਕਿਉਂ ਬਾਬਾ ਜੀ? ਗੱਲ ਬਿਲਕੁਲ ਬਿਲਕੁਲ ਯਾਦ ਆ ਗਿਆ, ਬਿਲਕੁਲ ਆ। ਇਹਨਾਂ ਦੱਸਿਆ ਕਿ ਸੱਕ ਸਿੰਬਲੂ ਤੇ ਤੁਖਮ ਸ਼ਰੀ ਤੇ ਕੌੜੇ ਜਾਉ, ਇੰਦਰਜੂ ਤਲਖ ਜਿਹੜੇ ਨੇ, 3 ਚੀਜ਼ਾਂ 2-2 ਤੋਲੇ ਲੈ ਜਾਂ 5-5 ਤੋਲੇ ਲੈ ਕੇ ਬਰਾਬਰ ਇਹਨਾਂ ਨੂੰ ਕੁੱਟਣਾ, ਚੱਟੂ ਵੱਟੇ ਦੇ ਵਿੱਚ, ਗ੍ਰਾਈਂਡਰ 'ਚ ਨਹੀਂ ਪਾਣਾ। ਕਿਉਂਕਿ ਪੁਰਾਣੇ ਲੋਕ ਜਿਹੜੇ ਨੇ ਗ੍ਰਾਈਂਡਰ ਨੂੰ ਚੰਗਿਆ ਨਹੀਂ ਸਮਝਦੇ, ਆਂਦੇ ਨੇ ਦਵਾਈ ਦੇ ਅਜਜ਼ਾ ਜਿਹੜੇ ਮੌਸਰ ਅਜਜ਼ਾ ਨੇ ਉਹ ਸੜ ਜਾਂਦੇ ਨੇ, ਕਿਉਂ ਬਾਬਾ ਜੀ? ਹਾਂਜੀ ਹਾਂਜੀ। ਤੂੰ ਚੱਟੂ ਵੱਟੇ 'ਚ ਯਾਨੀ ਹਮਨ ਦਸਤੇ 'ਚ ਉਹਨੂੰ ਕੁੱਟਣਾ ਹੈ, ਚੱਟੂ ਵੱਟੇ 'ਚ ਕੁੱਟਣਾ ਹੈ। ਉਹ ਬੰਦਾ ਕਹਿਣਾਗਾ ਜੀ ਠੀਕ ਹੈ ਜੀ, ਕਿਉਂਕਿ ਇਹ ਤੁਹਾਨੂੰ ਮੈਂ ਦੱਸਣੇ ਆਵਾਂ ਕਿ 40 ਸਾਲਾਂ ਤੋਂ ਮੈਂ ਇੰਝ ਹੀ ਵੇਖਣੇ ਆ ਇਹਨਾਂ ਨੂੰ। ਇਹਨਾਂ ਦਾ ਕੋਈ ਵਾਲ ਮੈਂ ਕਾਲਾ ਨਹੀਂ ਵੇਖਿਆ, ਇੰਝ ਹੀ ਮੈਂ ਇਹਨਾਂ ਨੂੰ ਸਫੇਦ ਵਾਲਾਂ 'ਚ ਵੇਖਿਆ ਜਿਉਂ ਦਾ ਮੈਂ ਵੇਖਣੇ ਆ ਆਪਣੀ ਹੋਸ਼ ਦੇ ਵਿੱਚ। ਯਾਨੀ 40-42 ਸਾਲ ਤੁਸੀਂ ਪੁਰਾਣੀ ਗੱਲ ਕਰ ਲਓ, ਮੈਂ ਉਹਦੇ ਕੋਲ 7-8 ਸਾਲ ਦਾ ਹੋਵਾਂਗਾ। ਇਹ ਸਾਡੇ ਘਰ ਆਉਂਦੇ ਹੁੰਦੇ ਹਨ, ਵਾਲਾ ਸਾਹਿਬ ਨਾਲ ਇਹਨਾਂ ਦਾ ਬੜਾ ਪਿਆਰ ਸੀ, ਹੁੱਕਾ ਸ਼ੁਕਾ ਪੀਂਦੇ ਹੁੰਦੇ ਹਨ ਇਕੱਠਿਆਂ ਬਹਿ ਕੇ, ਕਿਉਂਕਿ ਵਾਲਾ ਸਾਹਿਬ ਜਾਨਵਰਾਂ ਦੇ ਬੜੇ ਸ਼ੌਕੀਨ ਸਨ, ਮੱਝਾਂ ਗਾਵਾਂ ਦੇ। ਤੋਂ ਅਕਸਰ ਆ ਕੇ ਬਹਿੰਦੇ ਹੁੰਦੇ ਹਨ ਤੇ ਨਾਲ ਹਿਕਮਤ ਹੀ ਕਰਦੇ ਹੁੰਦੇ ਹਨ, ਤੇ ਹਿਕਮਤ ਦੇ ਉੱਤੇ ਗੱਲਾਂ ਕਰਦੇ ਹੁੰਦੇ ਹਨ। ਇਹ ਬਾਬਾ ਜੀ ਸਾਡੇ ਘਰ ਆਉਂਦੇ ਹੁੰਦੇ ਹਨ ਤੇ ਕਦੀ ਕਦੀ ਹੁੰਦੇ ਹਨ, ਤੇ ਇਹ ਇਹਨਾਂ ਨੂੰ ਮੈਂ ਜੀ ਵੇਖਿਆ ਸਫੇਦ ਵਾਲਾਂ ਦੇ ਵਿੱਚ ਹੀ। ਤੇ ਇਹਨਾਂ ਕਿਹਾ ਜੀ ਇਹ ਚੱਟੂ ਵਟਾ ਦੇ ਵਿੱਚ ਕੁੱਟਣੀ ਹੈ ਦਵਾਈ, ਤੇ ਉਹਨੇ ਕੁੱਟੀ। ਉਹ ਬੰਦੇ ਨੇ ਕਿਹਾ ਜੀ ਗੱਲ ਆ ਕਿ ਇਹ ਦਵਾਈ ਫਿਰ ਦੇ ਦਿਓ। ਮੈਂ ਬਾਬਾ ਜੀ ਜਿਹੜਾ ਸੱਕ ਸਿੰਬਲੂ ਹੈ ਪੰਸਾਰ ਰਾਹਾਂ ਵੀ ਰੱਖਿਆ, ਮੈਂ ਪਹਿਲੀ ਵਾਰੀ ਲਫ਼ਜ਼ ਪਿਆ ਸੁਣਨਾ। ਆਂਦੇ ਨੇ ਤੁਹਾਂ ਪਹਿਲੀ ਵਾਰੀ ਸੁਣਿਆ, ਤੁਹਾਡਾ ਤਜਰਬਾ ਨਹੀਂ, ਠੀਕ ਹੈ, ਕਿਸੇ ਹੋਰ ਪੰਸਾਰੀ ਕੋ ਪਤਾ ਕਰਕੇ ਤੇ ਲਿਆਓ। ਮੈਂ ਉੱਠਿਆ ਬਾਜ਼ਾਰ ਦੇ ਵਿੱਚ, ਇੱਕ ਹੋਰ ਪੰਸਾਰੀ ਸੀ ਪੁਰਾਣਾ, ਮੈਂ ਉਹਨੂੰ ਪੁੱਛਿਆ ਜਾ ਕੇ, ਉਹਨੇ ਕਿਹਾ ਹੈ ਮਿਲ ਜਾਏਗਾ। ਇੰਝ ਗੱਲ ਹੋਈ ਬਾਬਾ ਜੀ? ਹਾਂਜੀ। ਮੈਂ ਉਹ 5 ਤੋਲੇ ਜਾ ਕੇ ਲੈ ਆਇਆ। 5 ਤੋਲੇ ਲਿਆ ਕੇ 5 ਤੋਲੇ ਵਿੱਚ ਮੈਂ ਤੁਖਮ ਸ਼ਰੀਫ ਪਾਏ ਤੇ 5 ਤੋਲੇ ਮੈਂ ਕੌੜੇ ਜਾਉ ਪਾਏ। ਮੈਂ ਇਹਨੂੰ ਚੱਟੂ ਵੱਟੇ 'ਚ ਕੁੱਟ ਕੇ ਦਵਾਈ ਦੇ ਦਿੱਤੀ। ਉਸ ਜ਼ਮਾਨੇ ਦੇ ਵਿੱਚ ਰੁਪਈਆ 150-200 ਮੇਰੇ ਕੋਲ ਲਿਆ ਜੀ। ਇੰਝ ਗੱਲ ਹੋਈ? ਹਾਂਜੀ ਹਾਂਜੀ। ਬਾਬੇ ਹੋਰਾਂ ਕਿਹਾ ਕਿ ਗੱਲ ਆਵੇ ਕਿ ਕਿਉਂਕਿ ਪੁਰਾਣੇ ਲੋਕ ਨੇ ਤੇ ਮਾਸ਼ੀਆਂ ਮੂਸ਼ੀਆਂ ਨਾਲ ਇਹਨਾਂ ਦਵਾਈ ਕੀ ਦੱਸਣੀ, ਇਹਨਾਂ ਕਿਹਾ ਐਵੇਂ ਇੰਨੀ ਕੋ ਫੱਕੀ ਜਿਹੜੀ ਆ ਤੂੰ ਸਵੇਰੇ ਤੇ ਸ਼ਾਮ ਨੂੰ ਪਾਣੀ ਨਾਲ ਹਾਂਜੀ ਬਿਲਕੁਲ ਫੱਕ ਲੈਣੀ ਕਰਨੀ। ਯਾਨੀ ਤੁਹਾਨੂੰ ਦੱਸਿਆ ਨਾ ਕਿ ਪੁਰਾਣੇ ਲੋਕ ਨੇ, ਸਾਦਾ ਲੋਕ ਨੇ, ਉਹ ਜਨਾਬ ਇੰਨੀ ਕੋ ਫੱਕੀ ਸਵੇਰੇ ਤੇ ਇੰਨੀ ਕੋ ਸ਼ਾਮ ਨੂੰ ਤਾਜ਼ੇ ਪਾਣੀ ਨਾਲ ਤੂੰ ਫੱਕ ਲੈਣੀ ਕਰਨੀ ਹੈ, ਤੇ ਤਮਾਮ ਕਿਸਮ ਦੇ ਤੇਲ ਵਾਲੀਆਂ ਚੀਜ਼ਾਂ ਉੱਤੇ ਮਿੱਠੇ ਤੋਂ ਤੂੰ ਪਰਹੇਜ਼ ਕਰਨਾ। ਹਾਂਜੀ ਗੱਲ ਹੋਈ? ਹਾਂਜੀ ਹਾਂਜੀ। ਯਾਨੀ ਤੇਲ 'ਚ ਤਲੀਆਂ ਚੀਜ਼ਾਂ ਤੇ ਮਿੱਠੇ ਤੋਂ ਪਰਹੇਜ਼ ਕਰਨਾ ਹੈ, ਤੇ 8 ਦਿਨਾਂ ਬਾਅਦ ਆ ਕੇ ਮੈਨੂੰ ਦੱਸਣਾ ਹੈ, ਤੇ ਹੋਰ ਕੋਈ ਦਵਾਈ ਨਹੀਂ ਖਾਣੀ। ਉਹ ਬਾਬਾ ਜੀ ਇਸ ਤਰ੍ਹਾਂ ਦਾ ਕੰਮ ਹੋਇਆ ਕਿ ਉਹਦੇ ਸਾਰੇ ਜਿਸਮ ਦੇ ਉੱਤੇ ਗੜ ਸਨ ਸ਼ੂਗਰ ਦੀ ਵਜ੍ਹਾ ਤੋਂ, ਪੈਰਾਂ ਦੀ ਉਂਗਲੀਆਂ ਤੇ ਜ਼ਖਮ ਸਨ ਉਹਦੇ ਸ਼ੂਗਰ ਦੀ ਵਜ੍ਹਾ ਤੋਂ, ਔਰ ਉਹਦੇ ਅਗਲੇ ਪੋਟੇ ਹੱਥਾਂ ਦੇ ਅਗਲੇ ਪੋਰ ਜਿਹੜੇ ਨੇ ਪੋਟੇ ਉਹਦੇ ਦਰਦ ਕਰਦੇ ਹਰ ਟਾਈਮ, ਤੇ ਪੈਰਾਂ ਦੀਆਂ ਤਲੀਆਂ ਦੀਆਂ ਹਰ ਟਾਈਮ ਦਰਦ ਕਰਦੀਆਂ।
ਉਹ ਬਾਬੇ ਨੇ ਕਿਹਾ ਜਾ ਕੇ ਖਾ ਤੇ 8 ਦਿਨਾਂ ਬਾਅਦ ਆ ਕੇ ਦੱਸੀ ਤੇ ਫਿਰ ਗੱਲ ਕਰੀ। 8 ਦਿਨਾਂ ਬਾਅਦ ਆਇਆ ਤੇ ਉਹ ਆ ਕੇ ਨਾ ਮੇਰੇ ਬੂਹੇ ਦਵਾਖਾਨੇ ਦੇ ਬੂਹੇ ਦੇ ਵਿੱਚ ਆ ਕੇ ਜ਼ਮੀਨ ਤੇ ਆਪਣੇ ਪੈਰ ਖੜਕਾਈ ਆਏ, ਜਿਵੇਂ ਬੱਚਾ ਪੈਰ ਥੱਲੇ ਨਹੀਂ ਮਾਰਦਾ, ਬਾਬਾ ਜੀ ਉੱਥੇ ਕੋਈ ਨਹੀਂ ਸਨ। ਉਹ ਪੈਰਾਂ 'ਚ ਖੜਕਾ ਕੇ ਤੇ ਮੈਨੂੰ ਆਂਦਾ ਜੀ ਮੈਂ ਠੀਕ ਆ। ਤੇ ਉਹ ਬਾਬਾ ਜੀ ਕਿੱਥੇ ਨੇ? ਮੈਂ ਜੀ ਉਹ ਅੱਜ ਤੇ ਨਹੀਂ ਆਏ। ਤੇ ਉਹਨਾਂ ਕਿਹਾ ਉਹਨਾਂ ਨੂੰ ਬੁਲਾਓ। ਮੈਂ ਜੀ ਉਹਨਾਂ ਕੋਲ ਫੋਨ ਨੰਬਰ ਅੱਜ ਵੀ ਨਹੀਂ ਹੁੰਦਾ ਇਹਨਾਂ ਕੋਲ, ਤੇ ਕਿਉਂਕਿ ਸਾਦਾ ਬੰਦੇ ਨੇ। ਮੈਂ ਜੀ ਉਹਨਾਂ ਕੋਲ ਨੰਬਰ ਸ਼ੰਬਰ ਮੇਰੇ ਕੋਲ ਕੋਈ ਨਹੀਂ, ਤੇ ਲਿਹਾਜ਼ਾ ਮੈਂ ਤੁਹਾਨੂੰ ਕੀ ਦੱਸਾਂਗਾ, ਆਉਂਦੇ ਨੇ ਤੇ ਫਿਰ ਮੈਂ ਤੁਹਾਨੂੰ ਮਿਲਾ ਦਿਆਂਗਾ। ਤੇ ਕੁਦਰਤ ਖੁਦਾ ਦੀ ਕੋਈ ਦਿਹਾੜੀ ਤੋਂ ਬਾਅਦ ਬਾਬੇ ਹੋਰੀ ਆ ਗਏ। ਉਹ ਬੰਦਾ ਜਿਹੜਾ ਬਾਜ਼ਾਰ ਦੇ ਵਿੱਚ ਹੀ ਜੁੱਤੀਆਂ ਦੀ ਦੁਕਾਨ ਕਰਦਾ ਸੀ, ਤੇ ਉਹਨੂੰ ਮੈਂ ਬੁਲਾ ਲਿਆ। ਉਹਨੇ ਯਕੀਨ ਜਾਣੋ, ਤੁਸੀਂ ਯਕੀਨ ਨਹੀਂ ਕਰਨਾ ਕਿ ਮੈਂ 18-20 ਸਾਲ ਪੁਰਾਣੀ ਗੱਲ ਏ, ਉਦੋਂ 5000 ਰੁਪਇਆ ਬਾਬਾ ਜੀ ਮੈਨੇ ਰੱਖਦਾ ਸੀ। ਹਾਂਜੀ ਬਿਲਕੁਲ 5000 ਰੁਪਇਆ ਉਦੋਂ ਇੱਕ ਮਹੀਨੇ ਰੱਖਦਾ ਸੀ। 5000 ਰੁਪਇਆ ਬੜਾ ਰੁਪਇਆ ਹੁੰਦਾ ਸੀ। ਉਸ ਬੰਦੇ ਨੇ ਬਾਬਾ ਜੀ ਹੋਰਾਂ ਨੂੰ 5000 ਰੁਪਇਆ ਨਾਮ ਦਿੱਤਾ ਸੀ। ਕਿਉਂ ਬਾਬਾ ਜੀ? ਹਾਂਜੀ ਬਿਲਕੁਲ ਠੀਕ ਹੈ। ਉਸ ਤੋਂ ਬਾਅਦ ਆਂਦਾ ਸੀ ਆਓ ਮੇਰੇ ਨਾਲ ਬਾਜ਼ਾਰ, ਤੁਹਾਨੂੰ ਮੈਂ ਚੰਗਾ ਸੂਟ ਤੇ ਚੰਗੀ ਜੁੱਤੀ ਲੈ ਕੇ ਦੇਣੇ। ਬਾਬੇ ਹੋਰਾਂ ਨਾ ਕਰ ਛੜੀ। ਬਾਬੇ ਹੋਰਾਂ ਕਿਹਾ ਯਾਰ ਅੱਗੇ ਤੇਰੀ ਬੜੀ ਮਿਹਰਬਾਨੀ ਹੈ, ਤੂੰ ਇਹਨੇ ਪੈਸੇ ਦੇ ਦਿੱਤੇ ਨੇ। ਕਿਹੜੀ ਏਡੀ ਗੱਲ ਸੀ? ਇਹੀ ਤੇ ਨੁਸਖੇ ਇਹੋ ਜਿਹੇ ਦੱਸਦੇ ਰਹਿੰਦੇ ਆ ਲੋਕਾਂ ਨੂੰ। ਅਸੀਂ ਤੇ ਤੈਨੂੰ ਤੂੰ ਕੱਲਾ ਬੰਦਾ ਨਹੀਂ, ਅਸੀਂ ਤੇ ਸਾਰੀ ਆਵਾਮ ਨੂੰ ਇਹ ਨੁਸਖੇ ਦੱਸਦੇ ਰਹਿੰਦੇ ਆ। ਹਾਂਜੀ ਗੱਲ ਹੋਈ। ਹਾਂਜੀ ਹਾਂਜੀ ਅੱਛਾ ਹੁਣ ਗੱਲ ਆਵੇ ਕੁਸ਼ਤਾ ਸਾਜ ਤੇ ਵੀ ਇਹਨਾਂ ਨਾਲ ਗੱਲ ਕਰਨੇ ਆ। ਇਹ ਮੇਰੇ ਕੋਲ ਬੈਠੇ ਨੇ। ਅਮਲੀਆਤ ਦਾ ਵਾਕਿਆ ਮੈਂ ਇੱਕ ਤੁਹਾਡੇ ਅੱਗੇ ਵਾਅਦਾ ਕੀਤਾ ਸੀ ਕਿ ਤੁਹਾਨੂੰ ਇਹ ਵੀਡੀਓ 'ਚ ਮੈਂ ਦੱਸਾਂਗਾ। ਗੱਲ ਇਸ ਤਰ੍ਹਾਂ ਹੈ ਕਿ ਗੱਲ 2 ਮਿੰਟ ਲੱਗ ਜਾਣੇ ਨੇ ਗੱਲ ਸੁਣਾਉਣਗੇ ਆ, ਲੇਕਿਨ ਗੱਲ ਬੜੀ ਮਜ਼ੇਦਾਰ ਹੈ। ਇਹ ਬਾਬਾ ਜੀ ਮੇਰੇ ਕੋਲ ਬੈਠੇ ਨੇ। ਮੇਰਾ ਇੱਕ ਦੋਸਤ ਹੀ ਜਿਹਨੂੰ ਅਸੀਂ ਸਾਈਂ ਆਂਦੇ ਹਨ, ਉਹਦਾ ਨਾਂ ਕੁਝ ਹੋਰ ਸੀ ਲੇਕਿਨ ਸਾਰੇ ਸਾਈਂ ਆਂਦੇ ਹਨ। ਉਹ ਸਾਡੇ ਮਹੱਲੇਦਾਰ ਸਨ, ਲੇਕਿਨ ਉਹਨਾਂ ਦਾ ਬਾਹਰ ਛੰਭ ਦੇ ਵਿੱਚ, ਜਿਹਨੂੰ ਅਸੀਂ ਜ਼ਰਈ ਰਕਬਾ ਨੇ ਆ, ਬਾਬਾ ਜੀ ਨੂੰ ਛੰਭ ਆਂਦੇ ਨਾ। ਹਾਂਜੀ ਹਾਂਜੀ ਸ਼ੰਭ ਛੰਭ ਦੇ ਵਿੱਚ ਉਹਨਾਂ ਦਾ ਡੇਰਾ ਸੀ। ਅਸੀਂ ਅਕਸਰ ਉਹਦੇ ਕੋਲ ਰਾਤ ਨੂੰ ਜਾ ਕੇ ਬਹਿੰਦੇ ਹੁੰਦੇ ਹਾਂ। ਉੱਥੇ ਮੰਜੀਆਂ ਤੇ ਗਰਮੀਆਂ 'ਚ ਹੁੱਕਾ ਸ਼ੁੱਕਾ ਜਾ ਕੇ ਪੀਣਾ, ਉਹਨਾਂ ਦੁੱਧ ਸੋਡਾ ਬਣਾ ਕੇ ਪੀਣਾ ਜਾਂ ਚਾਹ ਪੀਣੀ, ਅਸੀਂ ਜਾ ਕੇ ਰੋਜ਼ਾਨਾ ਬਹਿੰਦੇ ਹੁੰਦੇ ਹਾਂ। ਉਹਨਾਂ ਦੀ ਕਿੱਲੇ ਦੇ ਵਿੱਚੋਂ 5 ਕਨਾਲ ਹੈ ਨਾ ਆਖੀ ਨੂੰ, 5 ਕਨਾਲ ਕਲੈਨ ਝੋਟੀ ਜਿਹੜੀ ਹੈ ਨਾ, ਉਹ ਕਿੱਲੇ ਤੋਂ ਖੁੱਲ ਜਾਂਦੀ, ਰਾਤ ਨੂੰ ਚੋਰੀ ਹੋ ਜਾਂਦੀ ਹੈ। ਉਧਰੋਂ ਡੇਰੇ ਦੇ ਆਪੀ ਨਹੀਂ ਸਨ, ਤੇ ਉਹ ਬੜੀ ਸੋਹਣੀ ਝੋਟੀ ਜਿਹੜੀ ਹੈ ਉਹ ਕਿੱਲੇ ਤੋਂ ਖੁੱਲ ਜਾਂਦੀ ਹੈ। ਉਹ 3-4 ਦਿਨ ਬੜਾ ਪਰੇਸ਼ਾਨ ਰਹੇ, ਬੜੀ ਲੱਭਦੇ ਰਹੇ। ਉਸ ਜ਼ਮਾਨੇ 'ਚ ਝੋਟੀ ਜਿਹੜੀ ਉਹ ਲੱਖ ਰੁਪਏ ਦੀ ਝੋਟੀ ਸੀ। ਇਹ ਪੁਰਾਣੀ ਗੱਲ ਤੁਹਾਨੂੰ ਮੈਂ ਦੱਸਣੀ ਆ, ਕੋਈ 25-30 ਸਾਲ। ਕਿਉਂ ਬਾਬਾ ਜੀ? ਇੰਨੇ ਚਿਰ ਹੋ ਗਿਆ। ਇੰਨਾ ਚਿਰ ਹੋ ਗਿਆ। ਉਹ 4-5 ਦਿਨ ਲੱਭਦੇ ਰਹੇ। ਉਹਨਾਂ ਦਾ ਇੱਕ ਮੁੰਡਾ ਜਿਹੜਾ ਪੁਲਿਸ 'ਚ ਮੁਲਾਜ਼ਮ ਸੀ, ਉਹ ਆਪਣੇ ਤੌਰ ਤੇ ਵੀ ਉਹਨੇ ਸਰਕਾਰੀ ਅਮਲੇ ਦੇ ਤੌਰ ਤੇ ਵੀ ਉਹਨੇ ਕਾਫੀ ਦੌੜ ਭੱਜ ਕੀਤੀ, ਲੇਕਿਨ ਝੋਟੀ ਦਾ ਕੋਈ ਸੁਰਾਗ ਨਾ ਮਿਲਿਆ। ਥੋੜਾ ਜਿਹਾ ਖੁਰਾ ਦੇ ਪੈਰ ਜਿਹੜੇ ਨੇ ਉਹ ਰਾਹ ਵੱਲ ਜਾਂਦੇ ਹਨ ਤੇ ਅੱਗੂ ਜਾ ਕੇ ਨਜ਼ਰ ਨਹੀਂ ਆਉਂਦੇ। ਹਾਂਜੀ ਇੰਨੀ ਗੱਲ ਹੈ। ਬਿਲਕੁਲ ਉਹਨਾਂ ਖੈਰ ਖੋਜੀ ਲਿਆਂਦਾ। ਮੈਂ ਤੁਹਾਨੂੰ ਗੱਲ ਬੜੀ ਸੁਣਾਵਾਂਗਾ। ਉਹਨਾਂ ਖੋਜੀ ਲਿਆਂਦਾ, ਖੋਜੀ ਨੂੰ ਆਖਿਆ ਕਿ ਇਹ ਖੁਰਾ ਤੇ ਇਹ ਖੁਰੇ ਤੋਂ ਝੋਟੀ ਲੱਭ। ਉਹ ਖੋਜੀ ਆਇਆ, ਖੋਜੀ ਨੇ ਚੰਗੀ ਭਲੀ ਫੀਸ ਲਈ। ਉਹ ਖੁਰਾ ਜਿਹੜਾ ਸਿਰਫ ਪੱਕੀ ਸੜਕ ਤੱਕ ਜਾਂਦਾ ਸੀ, ਅੱਗੋਂ ਜਿਹੜਾ ਗੱਡੀ ਦੇ ਨਿਸ਼ਾਨ ਸਨ ਅੱਗੇ ਖੁਰਾ ਨਹੀਂ ਜਾਂਦਾ। ਪਤਾ ਨਹੀਂ ਚੱਲਦਾ ਗੱਡੀ ਕਿੱਧਰ ਗਈ, ਕਿਉਂਕਿ ਸੜਕਾਂ ਤੇ ਹਜ਼ਾਰਾਂ ਗੱਡੀਆਂ ਚੱਲਦੀਆਂ ਨੇ, ਕੋਈ ਇੱਕ ਗੱਡੀ ਥੋੜੀ ਸੀ। ਖੈਰ ਉਹ ਖੋਜੀ ਨੇ ਵੀ ਉਹਦਾ ਖੁਰਾ ਕੋਈ ਨਾ ਲੱਭ ਸਕਿਆ। ਉਹ ਖੈਰ ਐਸ ਸ਼ਸ਼ੋਪਨ ਦੇ ਵਿੱਚ, ਐਸ ਨਸਪਾਜ ਦੇ ਵਿੱਚ 15-20 ਦਿਨ ਲੰਘੇ, ਝੋਟੀ ਗਵਾਚਿਆ। ਝੋਟੀ ਦਾ ਉਹਨਾਂ ਨੂੰ ਬੜਾ ਦੁੱਖ ਸੀ, ਕਿਉਂ ਘਰ ਦੇ ਉਹਨਾਂ ਪਾਲੀ ਸੀ, ਤੇ ਉਹ ਜ਼ਿਮੀਂਦਾਰ ਲੋਕ ਸਨ ਔਰ ਜਾਨਵਰਾਂ ਦੇ ਬੜੇ ਸ਼ੌਕੀਨ ਹਨ। ਖਾਸ ਤੌਰ ਤੇ ਉਹ ਸਾਈਂ ਦਾ ਅੱਬਾ ਜਿਹੜਾ ਉਹ ਝੋਟੀ ਨੂੰ ਯਾਦ ਕਰ ਕਰ ਰੋਂਦਾ ਸੀ। ਆਂਦਾ ਸੀ ਕਿ ਮੈਂ ਜੇ ਪਾਲੀਏ ਜਿਵੇਂ ਬੱਚੇ ਨੂੰ ਪਾਲੀਦਾ। ਕਿਉਂ ਬਾਬਾ ਜੀ? ਹਾਂਜੀ ਹਾਂਜੀ। ਉਹ ਆਂਦਾ ਸੀ ਕਿ ਮੈਂ ਵੀ ਜ਼ਿਮੀਂਦਾਰ ਸਨ ਨਾ, ਜਾਨਵਰਾਂ ਦੇ ਸ਼ੌਕੀਨ ਸਨ। ਉਹਨੇ ਕਿਹਾ ਯਾਰ ਮੈਂ ਛੋਟੀ ਇੰਜ ਪਾਲੀ ਹੀ, ਮੇਰੇ ਘਰ ਦੀ ਬੱਚੀ ਹੀ ਨਿੱਕੀ ਜਿਹੀ, ਤੇ ਮੈਂ ਇੰਜ ਪਾਲਿਆ ਜਿਵੇਂ ਬੱਚਿਆਂ ਨੂੰ ਪਾਲੀਦਾ, ਯਾਨੀ ਇੰਜ ਦੇਖਭਾਲ ਉਹਦੀ ਕੀਤੀ ਕਿ ਜਿਵੇਂ ਆਪਣੇ ਬੱਚਿਆਂ ਦੀ ਕਰੀਦਾ। ਤੇ ਮੈਂ ਬੜੇ ਚਾਵਾਂ ਨਾਲ ਝੋਟੀ ਪਾਲੀ, ਸੋਹਣੀ ਬੜੀ ਸੀ। 5 ਕਲੈਣ ਆਂਦੇ ਨੇ, ਜਿਹਦਾ ਮੂੰਹ ਵੀ ਚਿੱਟਾ ਹੋਵੇ ਤੇ ਚਾਰੇ ਖੁਰ ਵੀ ਚਿੱਟੇ ਹੋਣ, ਇਹਨੂੰ 5 ਕਲੈਣ ਆਂਦੇ ਨੇ। ਹਾਂਜੀ ਹਾਂਜੀ ਪੁੱਛਲ ਲੰਮੀ, ਪੁਛਲ ਚਿੱਟੀ ਵੀ ਹੋਏ ਪਿੱਛੇ ਤੇ ਲੰਮੀ ਵੀ ਹੋਏ ਤੇ ਮੂੰਹ ਚਿੱਟਾ ਹੋਵੇ ਤੇ ਚਾਰੇ ਖੁਰ ਚਿੱਟੇ ਹੋਣ, ਇਹਨੂੰ 5 ਕਲੈਣ ਆਂਦੇ ਨੇ। ਉਹਨੇ ਕਿਹਾ ਝੋਟੀ ਬੜੀ ਸੋਹਣੀ ਸੀ, ਮੈਂ ਘਰ ਦੀ ਪਾਲੀ ਯਾਰ, ਮੇਰੇ ਨਾਲ ਬੜੀ ਕਿਹਨੇ ਜ਼ਿਆਦਤੀ ਕੀਤੀ ਏ। ਹੋਰ ਕੋਈ ਡੰਗਰ ਲਾਈ ਜਾਂਦਾ, ਉੱਥੇ ਗਾਵਾਂ ਬੱਝੀਆਂ ਹਨ, ਵਹਿੜੀਆਂ ਬੱਝੀਆਂ ਹਨ, ਹੋਰ ਬਥੇਰੇ ਡੰਗਰ ਸਨ। ਉਹ ਕੋਈ ਲੈ ਜਾਂਦਾ, ਕੋਈ ਕਟਾ ਲੈ ਜਾਂਦਾ, ਘੋੜਾ ਸੂਣ ਲੈ ਜਾਂਦਾ। ਮੈਨੂੰ ਨਾਲ ਦੁੱਖ ਨਹੀਂ ਹੋਣਾ ਜਿੰਨਾ ਝੋਟੀ ਦਾ ਦੁੱਖ ਹੋਇਆ। ਹਾਂਜੀ ਗੱਲ ਹੈ। ਹਾਂਜੀ ਬਾਬਾ ਜੀ ਇਹ ਝੋਟੀ ਜਿਹੜੀ, ਮੈਂ ਬਾਬਾ ਜੀ ਮੈਂ ਇੱਕ ਨਾ ਮੇਰੇ ਦੋਸਤ ਨੇ, ਇੱਕ ਮੇਰੇ ਬੜਾ ਤਲਕ ਵਾਸਤਾ ਹੈ, ਇੱਕ ਬਜ਼ੁਰਗ ਨੇ ਸਾਡੇ, ਤੇ ਮੈਨੂੰ ਉਹਨਾਂ ਕੋਲੋਂ ਪੁੱਛ ਲੈਣ ਦਿਓ ਉਹ ਇਹ ਕੰਮ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ। ਤੁਹਾਨੂੰ ਮੈਂ ਦੱਸਣਾ ਹੈ ਕਿ ਕਾਫੀ ਪੁਰਾਣੀ ਗੱਲ ਹੈ, 20-22 ਸਾਲ ਪੁਰਾਣੀ ਗੱਲ ਹੈ। ਮੈਂ ਇਹਨਾਂ ਦੇ ਘਰ ਗਿਆ,
ਘਰ ਜਾ ਕੇ ਤੇ ਮੈਂ ਇਹਨਾਂ ਨਾਲ ਗੱਲ ਕੀਤੀ। ਮੈਂ ਇਸ ਤਰ੍ਹਾਂ ਗੱਲ ਹੈ ਕਿ ਇੱਕ ਸਾਡਾ ਯਾਰ ਏ, ਆਵਾਮੀ ਰੋਡ ਤੇ ਅਸੀਂ, ਕਿਉਂਕਿ ਉਹਦੀ ਰਿਹਾਇਸ਼ ਹੁੰਦੀ ਸੀ ਸਾਡੀ, ਤੇ ਮੈਂ ਉਹਨੂੰ ਕਿਹਾ ਮੈਂ ਸਾਡਾ ਦੋਸਤ ਹੈ ਤੇ ਉਹਨਾਂ ਦੀ ਝੋਟੀ ਖੁੱਲ ਗਈ 5 ਕਲੈਨ, ਤੇ ਉਹਨਾਂ ਨੂੰ ਦੁੱਖ ਬੜਾ ਝੋਟੀ ਦਾ, ਤੇ ਬਾਬਾ ਜੀ ਤੁਹਾਡੇ ਕੋਲ ਉਹਦਾ ਕੋਈ ਹੱਲ ਹੈ? ਇਹਨਾਂ ਮੈਨੂੰ ਕਿਹਾ ਗੱਲ ਹੈ ਵੇ ਕਿ ਯਾਰ ਇਹੋ ਜਿਹੇ ਕੰਮਾਂ 'ਚ ਮੈਂ ਆਉਂਦਾ ਨਹੀਂ। ਕਿਉਂ ਬਾਬਾ ਜੀ ਗੱਲ ਹੋਈ? ਜੀ ਹਾਂਜੀ। ਉਹਨਾਂ ਕਿਹਾ ਕਿ ਚੋਰੀ ਚਕਾਰੀ ਦਾ ਮਾਮਲਾ ਹੁੰਦਾ ਹੈ ਤੇ ਇੰਜ ਲੋਕਾਂ ਨਾਲ ਮੁਖਾਲਫਤ ਬਣ ਜਾਂਦੀ ਹੈ। ਮੈਂ ਸ਼ਰੀਫ ਆਦਮੀ ਆ, ਝੋਟੀ ਤੇ ਮੈਂ ਲੱਭ ਦਿਆਂਗਾ, ਲੇਕਿਨ ਸ਼ਰਤ ਵਿੱਚ ਆਵੇ ਕਿ ਮੇਰਾ ਨਾਂ ਨਹੀਂ ਹੋਣਾ ਚਾਹੀਦਾ, ਮੇਰਾ ਵਿੱਚ ਜ਼ਿਕਰ ਨਹੀਂ ਹੋਣਾ ਚਾਹੀਦਾ। ਇੰਜ ਗੱਲ ਹੋਈ ਬਾਬਾ ਜੀ? ਹਾਂਜੀ ਹੋਈ। ਜੇ ਤੂੰ ਇਸ ਗੱਲ ਦੀ, ਤੂੰ ਮੇਰਾ ਯਾਰ ਹੈ, ਮੈਂ ਉਹਨਾਂ ਨੂੰ ਨਹੀਂ ਜਾਣਦਾ ਉਹ ਕੌਣ ਨੇ, ਤੂੰ ਮੇਰਾ ਯਾਰ ਹੈ, ਜੇ ਤੂੰ ਇਸ ਗੱਲ ਦੀ ਗਾਰੰਟੀ ਦੇਣਾ ਹੈ ਤੇ ਮੈਂ ਅਮਲੀਆਤ ਦੇ ਜ਼ਰੀਏ ਝੋਟੀ ਲੱਭ ਦੇਣਾ। ਇੰਜ ਗੱਲ ਹੋਈ? ਹਾਂਜੀ ਹੋਈ। ਇਹਨਾਂ ਕਿਹਾ ਗੱਲ ਆਵੇ ਕਿ ਮੈਂ ਸ਼ਰੀਫ ਆਦਮੀ ਆ ਤੇ ਇਸ ਕੰਮ ਦੇ ਵਿੱਚ ਅਕਸਰ ਲੋਕਾਂ ਨਾਲ ਮੁਖਾਲਫਤਾਂ ਪੈ ਜਾਂਦੀਆਂ ਨੇ, ਥਾਣੇ ਦੇ ਫੇਰੇ ਲਾਣੇ ਪੈਂਦੇ ਨੇ, ਪੁਲਿਸ ਬੁਲਾ ਲੈਂਦੀ ਏ, ਦੱਸੋ ਤੁਹਾਨੂੰ ਕਿਹਨੇ ਦੱਸਿਆ ਜਾਂ ਕਿੱਥੋਂ ਖੁਰਾ ਮਿਲਿਆ, ਤੇ ਇਹਨਾਂ ਮਾਮਲਿਆਂ ਦੇ ਵਿੱਚ ਮੈਂ ਨਹੀਂ ਹੁੰਦਾ, ਮੈਂ ਕੰਮ ਛੱਡ ਛੜਿਆ। ਕਿਉਂ ਇੰਜ ਗੱਲ ਹੋਈ? ਹਾਂਜੀ ਹਾਂਜੀ। ਮੈਂ ਕਿਹਾ ਬਾਬਾ ਜੀ ਗੱਲ ਆਵੇ ਕਿ ਇਸ ਚੀਜ਼ ਦੀ ਗਾਰੰਟੀ ਮੈਂ ਦਿੰਦਾ, ਲੇਕਿਨ ਤੁਹਾਨੂੰ ਕੰਮ ਮੇਰੇ ਵਾਸਤੇ ਕਰਨਾ ਪੈਣਾ। ਸਾਡੇ ਉਹ ਬੜੇ ਪਿਆਰ ਵਾਲੇ ਨੇ, ਸਾਡਾ ਬੈਂਕ ਖਲੋਣੇ ਉੱਥੇ, ਤੇ ਝੋਟੀ ਤੂੰ ਖੁੱਲ ਗਈ ਏ ਤੇ ਬੜੇ ਦੁੱਖ ਵਾਲੀ ਗੱਲ ਏ। ਇਹਨਾਂ ਕਿਹਾ ਠੀਕ ਹੈ, ਲੇਕਿਨ ਉਹਨਾਂ ਨਾਲ ਗੱਲ ਪਹਿਲਾਂ ਜਾ ਕੇ ਪੱਕੀ ਤਰ੍ਹਾਂ ਕਰਿਆ। ਉਹਨਾਂ ਨਾਲ ਗੱਲ ਜਿਹੜੀ ਉਹ ਇਸ ਗੱਲ ਦੀ ਪਾਬੰਦੀ ਉਹ ਕਰਦੇ ਨੇ, ਮੈਂ ਝੋਟੀ ਦੱਸ ਛੜਾਂਗਾ, ਝੋਟੀ ਕਿੱਥੇ ਲੱਭ ਵੀ ਜਾਏਗੀ, ਲੇਕਿਨ ਮੇਰਾ ਸਾਰੀ ਜ਼ਿੰਦਗੀ ਨਾ ਨਹੀਂ ਹੋਣਾ ਚਾਹੀਦਾ। ਮੈਂ ਕਿਸੇ ਨਾਲ ਆਪਣੀ ਮੁਖਾਲਫਤ ਨਹੀਂ ਬਣਾਉਣਾ ਚਾਹੁੰਦਾ, ਨੇ ਮੈਂ ਕੰਮ ਕਰਨਾ ਹਾਂ, ਇਹਨਾਂ ਗੱਲਾਂ ਤੋਂ ਮੈਂ ਕੰਮ ਛੱਡ ਛੜਿਆ। ਹਾਂਜੀ ਗੱਲ ਹੋਈ? ਹਾਂਜੀ ਹਾਂਜੀ। ਖੈਰ ਇਹਨਾਂ ਫਿਰ ਵੀ ਮੇਰੇ ਕੇ ਨਾ ਨੁਕਰ ਕੀਤੀ। ਉਹਨਾਂ ਕਿਹਾ ਬੰਦੇ ਜਿਹੜੇ ਨਾ ਜੋ ਸ਼ੈ ਲੱਭ ਜਾਂਦੀ ਹੈ ਨਾ, ਤੇ ਫਿਰ ਆਂਦੇ ਨੇ ਖਸਮਾਂ ਦਾ ਸਿਰ ਖਾਏ ਜਿਹੜਾ ਵੀ ਹੈ। ਕੀ ਹਾਲ ਹੈ? ਤੇ ਯਾਨੀ ਫਿਰ ਕਦਰ ਨਹੀਂ ਕਰਦੇ ਤੇ ਫਿਰ ਰਾਜ਼ ਖੋਲ ਛੱਡਦੇ ਨੇ, ਜਿਹਦੀ ਵਜ੍ਹਾ ਤੋਂ ਸਾਡੀ ਮੁਖਾਲਫਤ ਲੋਕਾਂ ਨਾਲ ਬਣ ਜਾਂਦੀ ਹੈ। ਤੇ ਬੜੀ ਵਾਰੀ ਇੰਜ ਵਾਕਿਆਤ ਹੋਏ ਨੇ, ਸਾਨੂੰ ਥਾਣੇ ਦੇ ਚੱਕਰ ਲਾਣੇ ਪਏ ਨੇ ਤੇ ਪੁਲਿਸ ਵਾਲੇ ਬੁਲਾ ਲੈਂਦੇ ਨੇ, ਫਿਰ ਦੂਜੇ ਮਾਮਲਿਆਂ ਦੇ ਲੋਕੀ ਮੁਖਾਲਫਤ ਬਣ ਜਾਂਦੀ ਹੈ। ਤੇ ਮੈਂ ਇਹਨਾਂ ਨੂੰ ਬੜੀ ਯਕੀਨ ਦਹਾਨੀ ਕੀਤੀ ਕਿ ਮੈਂ ਕਿਹਾ ਬਾਬਾ ਜੀ ਤੁਸੀਂ ਮੇਰੇ ਵਾਸਤੇ ਜਿਹੜਾ ਕੰਮ ਹੈ ਨਾ ਇਹ ਕਰਨਾ ਹੈ। ਬਾਬਾ ਜੀ ਨੇ ਕੀ ਕੀਤਾ? ਬਾਬਾ ਜੀ ਕਹਿਣਗੇ ਕਿ ਠੀਕ ਹੈ ਮੈਂ ਟੁਰ ਜਾਣਾ। ਉੱਥੇ ਹੀ ਗਏ, ਉਹਨਾਂ ਦੇ ਘਰ ਪਹਿਲਾਂ ਜਾ ਕੇ ਬੈਠੇ। ਵਾਮੀ ਰੋਡ ਤੇ ਉਹਨਾਂ ਦਾ ਘਰ ਸੀ, ਉਹ ਘਰ ਪਿਓ ਪੁੱਤਰ ਘਰ ਹੀ ਸਨ। ਉਹਨਾਂ ਦੀ ਦੁਖੜਾ ਝੋਟੀ ਦਾ ਬਾਬਾ ਜੀ ਨੇ ਅੱਗੇ ਸ਼ੇਅਰ ਕੀਤਾ ਕਿ ਮੈਂ ਬੱਚਿਆਂ ਨਾਲ ਪਾਲੀ ਸੀ, ਬੜੀ ਸੋਹਣੀ ਝੋਟੀ ਸੀ। ਬਾਬਾ ਜੀ ਗੱਲ 50,000 ਲੱਖ ਦੀ ਕੋਈ ਨਹੀਂ, ਲੱਖ ਰੁਪਏ ਦੀ ਫਿਰ ਮੈਂ ਮੱਝ ਲਿਆ ਸਕਣਾ, ਮੈਂ ਹੋਰ ਵੀ ਡੰਗਰ 4-5 ਲਿਆ ਸਕਣਾ, ਲੇਕਿਨ ਮੈਨੂੰ ਦੁੱਖ ਬੜਾ ਕਿ ਮੈਂ ਉਹਨੂੰ ਬੜੇ ਚਾਵਾਂ ਨਾਲ ਪਾਲਿਆ ਸੀ। ਮੈਂ ਆਪਣੇ ਹੱਥ ਨਾਲ ਉਹਨੂੰ ਵੰਡਾ ਖਵਾਉਣਾ ਹਾਂ, ਆਪਣੇ ਹੱਥ ਨਾਲ ਉਹਨੂੰ ਚਾਰਾ ਖਵਾਉਣਾ। ਇੰਜ ਗੱਲ ਬਾਬਾ ਜੀ? ਹਾਂਜੀ ਗੱਲ। ਸਿਰਫ ਮੈਨੂੰ ਦੁੱਖ ਇਸ ਗੱਲ ਦਾ ਕਿ ਮੈਂ ਉਹਨੂੰ ਆਪਣੇ ਬੱਚਿਆਂ ਨਾਲ ਪਾਲਿਆ ਸੀ, ਮੈਨੂੰ ਝੋਟੀ ਬੜੀ ਪਸੰਦ ਸੀ। ਹੋਰ ਡੰਗਰ ਦੀ ਕੋਈ ਗੱਲ ਨਹੀਂ, ਡੰਗਰ ਇੱਕ ਦੋ ਮਤਲਬ ਹੋਰ ਕੋਈ ਹੁੰਦਾ ਤੇ ਮੈਂ ਹੋਰ ਵੀ ਲਿਆ ਸਕਣਾ ਵਾ, ਲੇਕਿਨ ਮੈਂ ਉਹਨੂੰ ਪਾਲਿਆ ਸੀ ਤੇ ਇੰਜ ਬੱਚਿਆਂ ਨਾਲ ਪਾਲਿਆ ਸੀ। ਤੇ ਮੈਨੂੰ ਤਾਂ ਦੁੱਖ ਬੜਾ, ਜੇ ਤੁਸੀਂ ਲੱਭ ਕੇ ਦੇ ਸਕਦੇ ਹੋ ਤੇ ਜਿੰਨੀ ਖਿਦਮਤ ਆਖੋਗੇ ਮੈਂ ਤੁਹਾਡੀ ਕਰ ਦਿਆਂਗਾ। ਹਾਂਜੀ ਇੰਜ ਗੱਲ ਹੋਈ? ਬਿਲਕੁਲ ਹਾਂਜੀ। ਉਹਨਾਂ ਦੇ ਘਰ ਬੈਠੇ, ਉਹਨਾਂ ਦੀ ਬੀਬੀਆਂ ਵੀ ਕੋਲ ਬੈਠੀਆਂ ਸਨ। ਉਹ ਬਾਬੇ ਨੇ ਕਿਹਾ ਜੀ ਗੱਲ ਹੈ ਵੀ ਇਸ ਕੰਮ ਦਾ ਮੈਂ ਲਾਂਗਾ 10,000 ਰੁਪਇਆ, ਉਸ ਜ਼ਮਾਨੇ ਦੀ ਗੱਲ ਹੈ, ਤੇ ਕੰਮ ਹੋਣ ਤੋਂ ਬਾਅਦ ਤੁਹਾਂ 10,000 ਰੁਪਇਆ ਦੇ ਦਿਆ ਜੀ। ਇੰਜ ਗੱਲ ਹੈ? ਹਾਂਜੀ। ਅਗਰ ਤੁਹਾਡਾ ਕੰਮ ਹੋ ਗਿਆ, ਝੋਟੀ ਲੱਭ ਗਈ ਤੇ ਮੈਨੂੰ 10,000 ਰੁਪਇਆ ਦੇ ਦਿਆ ਜੇ, ਅਗਰ ਝੋਟੀ ਨਾ ਲੱਭੀ ਤਾਂ ਮੈਨੂੰ ਨਾ ਦਿਆ ਜੇ। ਹਾਂਜੀ ਇੰਜ ਗੱਲ ਹੋਈ? ਬਿਲਕੁਲ। ਉਹਨਾਂ ਕਿਹਾ ਠੀਕ ਹੈ, ਗੱਲ ਮੁੱਕ ਗਈ। ਇਹਨਾਂ ਉੱਥੇ ਜਨਾਬ ਕੁਰਾਨ ਤੇ ਹਲਫ ਲਿਆ ਕਿ ਤੁਹਾਡੀ ਝੋਟੀ ਲੱਭੇ ਜਾਂ ਨਾ ਲੱਭੇ, ਮੇਰਾ ਕਿਸੇ ਗੱਲ ਦੇ ਵਿੱਚ ਨਾ ਨਹੀਂ ਹੋਣਾ ਚਾਹੀਦਾ, ਕਿਉਂਕਿ ਮੈਂ ਕਿਸੇ ਨਾਲ ਮੁਖਾਲਫਤ, ਮੈਂ ਬੁੱਢਾ ਬੰਦਾ ਵਾਂ ਤੇ ਬਾਲ ਬੱਚੇਦਾਰ ਆ, ਧੀਆਂ ਪੁੱਤਰਾਂ ਨਾਲ ਦੋ ਜਮਾ ਕੁੜਮਾਲਾ ਮੈਂ ਕਹਿ ਲਓ ਤੁਸੀਂ, ਤੇ ਮੈਂ ਪੁੱਤਰ ਇਹ ਕੰਮ ਨਹੀਂ ਕਰ ਸਕਦਾ। ਮੈਨੂੰ ਮੇਰੀ ਲਾਤ ਨੇ ਬੜੀ ਸਖਤੀ ਨਾਲ ਮਨਾ ਕੀਤਾ ਕਿ ਬਈ ਇਹ ਕੰਮ ਤੁਹਾਂ ਨਹੀਂ ਕਰਨਾ। ਬਿਲਕੁਲ। ਤੇ ਮੈਂ ਜਿਹੜਾ ਕਿਸੇ ਪਾਸੇ ਬਿਸ ਨਹੀਂ ਹੋ ਸਕਦਾ, ਤੇ ਇਹ ਗੱਲ ਦੀ ਤੁਹਾਨੂੰ ਹਲਫ ਦੇਣਾ ਪਏਗਾ ਤੁਹਾਨੂੰ। ਉਹਨਾਂ ਕਿਹਾ ਜੀ ਇਹ ਸਾਰੀ ਜ਼ਿੰਦਗੀ ਇਹ ਗੱਲ ਨਹੀਂ ਹੋਏਗੀ। ਇਹਨਾਂ ਕਿਹਾ ਜੀ ਸਵੇਰੇ ਇੱਕ ਚਿੱਟੀ ਚਾਦਰ ਹੋਣੀ ਚਾਹੀਦੀ ਹੈ, ਚਿੱਟੀ ਚਾਦਰ ਹੋਣੀ ਚਾਹੀਦੀ ਹੈ। ਹੁਣ ਅੱਲਾ ਬਿਹਤਰ ਜਾਣਦਾ ਇਹਨਾਂ ਅਮਲ ਕਿਹੜਾ ਪੜਿਆ। ਹੁਣ ਪੁੱਛਣੇ ਆ ਇਹਨਾਂ ਨੂੰ, ਉਹ ਬਾਅਦ ਮੈਂ ਪੁੱਛਣਾ ਵਾ ਜੇ ਤੁਹਾਡੀ ਕਿਸਮਤ ਹੋਇਆ, ਇਹਨਾਂ ਨੂੰ ਯਾਦ ਹੋਇਆ, ਕਿਉਂਕਿ ਹੁਣ ਤੁਹਾਨੂੰ ਦੱਸਿਆ 100 ਸਾਲ ਦੀ ਇਹਨਾਂ ਦੀ ਉਮਰ ਹੈ ਤੇ ਬਾਅਦ ਚੀਜ਼ਾਂ ਭੁੱਲ ਗਏ ਨੇ। ਇਹਨਾਂ ਕਿਹਾ ਕਿ ਚਿੱਟੀ ਚਾਦਰ ਹੋਣੀ ਚਾਹੀਦੀ ਹੈ ਵੱਡੀ ਜਿਹੀ, ਜਿਹਦੇ ਵਿੱਚ ਮੈਂ ਨਜ਼ਰ ਨਾ ਆਵਾਂ, ਤੇ ਸਰਗੀ ਦਾ ਟਾਈਮ ਹੋਣਾ ਚਾਹੀਦਾ, ਫਜਰ ਵੇਲੇ ਦਾ ਟਾਈਮ ਹੋਣਾ ਚਾਹੀਦਾ, ਤੇ ਉੱਥੇ ਬੰਦਾ ਕੋਈ ਤੀਜਾ ਹੋਣਾ ਵੀ ਨਹੀਂ ਚਾਹੀਦਾ, ਯਾਨੀ ਕੋਈ ਸ਼ੋਰ ਸ਼ਰਾਬੇ ਵਾਲਾ ਕੰਮ ਨਹੀਂ ਹੋਣਾ ਚਾਹੀਦਾ, ਮੇਰੇ 10 ਮਿੰਟ ਲੱਗ ਜਾਣੇ ਨੇ। ਉਹਨਾਂ ਕਿਹਾ ਠੀਕ ਹੈ। ਉਹਨਾਂ ਇੱਕ ਕੋਰੀ ਚਿੱਟੀ ਚਾਦਰ ਯਾਨੀ ਜਿਹੜੀ ਇਸਤੇਮਾਲ ਨਹੀਂ ਹੋਈ, ਉਹ ਕੱਪੜਾ ਬਾਜ਼ਾਰੋਂ ਮੰਗਵਾ ਲਿਆ, ਲੈ ਕੇ ਆਪਣੇ ਕੋਲ ਰੱਖ ਲਿਆ। ਉਹਨਾਂ ਕਿਹਾ ਜੀ ਮੈਨੂੰ ਉਹਨਾਂ ਕਿਹਾ ਹਕੀਮ ਸਾਹਿਬ ਤੁਹਾਂ ਸਵੇਰੇ ਫਜਰ ਵਾਲੇ ਬਾਬਾ ਜੀ ਨੂੰ ਲੈ ਕੇ ਤੁਹਾਡੀ ਜ਼ਿੰਮੇਵਾਰੀ ਉੱਥੇ ਲੈ ਕੇ ਆਉਣਾ, ਕਿਉਂਕਿ ਮੋਟਰਸਾਈਕਲ ਤੇ ਚਲਾ ਨਹੀਂ ਸਕਦੇ, ਮੋਟਰਸਾਈਕਲ ਤੇ ਮੈਂ ਹੀ ਚਲਾਉਣਾ ਹਾਂ। ਤੁਹਾਂ ਫਜਰ ਵੇਲੇ ਲੈ ਕੇ ਤੇ ਤੁਹਾਂ ਉੱਥੇ ਹਾਜ਼ਰ ਹੋ ਜਾਣਾ, ਤੇ ਅਸੀਂ ਉੱਥੇ ਹੋਵਾਂਗੇ। ਮੈਂ ਲੈ ਕੇ ਚਲਾ ਗਿਆ। ਬਾਬੇ ਹੋਰਾਂ ਜਿਹੜੀ ਹੈ ਨਾ, ਚਲੋ ਚਾਹ ਪਾਣੀ ਉੱਥੇ ਲੈ ਕੇ ਆਏ ਸਨ ਕਿ ਬੰਦਿਆਂ ਉੱਥੇ ਆਉਣਾ, ਤੇ ਬਾਬੇ ਹੋਰਾਂ ਚਾਹ ਪੀਤੀ ਸਵੇਰੇ, ਕੋਈ ਬਿਸਕੁਟ ਵਗੈਰਾ ਨਾਲ ਉਹਨਾਂ ਦਿੱਤੇ, ਖਾਦੇ। ਬਾਬਾ ਜੀ ਨੇ ਕਿਹਾ ਕਿ ਮੈਂ ਕਿਲੇ ਤੇ ਬਹਿਣਾਗਾ ਤੇ ਮੇਰੇ ਉੱਤੇ ਤੁਹਾਂ ਚਾਦਰ ਪਾਹੜਨੀ ਹੈ।
ਚਾਦਰ ਐਸਾ ਪਾਣੀ ਹੈ ਕਿ ਮੈਂ ਨਜ਼ਰ ਨਾ ਆਵਾਂ, ਮੇਰਾ ਇੱਕ ਵਾਲ ਵੀ ਨਜ਼ਰ ਨਾ ਆਏ, ਤੇ ਮੇਰੇ ਕੋਲ ਪਰਾਂ ਟੁਰ ਜਾਣਾ, ਤੇ ਮੇਰੇ ਕੋਲ ਕੋਈ ਬੰਦਾ ਆਵੇ ਨਾ, ਤੇ ਕੋਈ ਗੱਲ ਨਾ ਕੋਈ ਕਰੇ, ਸ਼ੋਰ ਨਾ ਕੋਈ ਪਾਏ। ਉਹ ਹਾਂ ਇਸ ਤਰ੍ਹਾਂ ਹੀ ਕੀਤਾ। ਬਾਬੇ ਜੀ ਉਸ ਚਾਦਰ ਦੇ ਵਿੱਚ ਕਿੱਲੇ ਤੇ ਹੱਥ ਰੱਖ ਕੇ ਬੈਠੇ ਰਹੇ ਕੋਈ ਅੱਧਾ ਘੰਟਾ। ਇੰਜ ਗੱਲ ਹੋਈ? ਹਾਂਜੀ ਹਾਂਜੀ। ਅੱਧਾ ਘੰਟਾ ਬੈਠੇ ਰਹੇ। ਅੱਧੇ ਘੰਟੇ ਤੋਂ ਬਾਅਦ ਇਹਨਾਂ ਆਵਾਜ਼ ਦਿੱਤੀ ਕਿ ਚਾਦਰ ਚੁੱਕ ਲਓ। ਆਹ ਚਾਦਰ ਚੁੱਕ ਕੇ ਤੇ ਉੱਠ ਕੇ ਬਾਬੇ ਦੀ ਮੰਜੀ ਤੇ ਬਹਿ ਗਏ। ਬਾਬੇ ਰਹਿ ਗਿਆ ਫਲਾਣ, ਮੈਂ ਕਿਉਂਕਿ ਮੈਂ ਉਹ ਨਾਂ ਨਹੀਂ ਦੱਸਾਂਗਾ, ਐਸਾ ਬੰਦਾ ਕਿਸੇ ਦਾ ਰਾਜ਼ ਜਿਹੜਾ ਹੈ ਉਹ ਫਾਸ਼ ਹੋ ਜਾਂਦਾ ਹੈ। ਮੈਂ ਪਿੰਡ ਦਾ ਜਾਂ ਬੰਦੇ ਦਾ ਨਾਂ ਨਹੀਂ ਤੁਹਾਨੂੰ ਦੱਸਾਂਗਾ, ਮੈਂ ਇਸ਼ਾਰਾ ਤੁਹਾਨੂੰ ਗੱਲ ਕਰ ਦੇਣਾ, ਕਿਉਂਕਿ ਇਹਨਾਂ ਤੇ ਪਿੰਡ ਦਾ ਨਾਮ ਵੀ ਦੱਸਿਆ ਸੀ ਤੇ ਉਸ ਬੰਦੇ ਦਾ ਨਾਮ ਵੀ ਦੱਸਿਆ ਤੇ ਹਵੇਲੀ ਦਾ ਵੀ ਨਾਮ ਦੱਸਿਆ। ਕਿਉਂ ਬਾਬਾ ਜੀ? ਹਾਂਜੀ ਹਾਂਜੀ। ਇਹ ਗੱਲ ਹੈ, ਲੇਕਿਨ ਮੈਂ ਵੀਡੀਓ ਵਿੱਚ ਉਸ ਬੰਦੇ ਦਾ ਨਾਂ ਜਾਂ ਉਸ ਪਿੰਡ ਦਾ ਨਾਂ ਨਹੀਂ ਦੱਸਣਾਗਾ, ਕਿਉਂਕਿ ਅੱਛੀ ਬਾਤ ਨਹੀਂ। ਬਾਬੇ ਨੇ ਕਿਹਾ ਕਿ ਫਲਾਂ ਫਲਾਂ ਜਗ੍ਹਾ ਤੇ ਜਾਓ, ਫਲਾਂ ਪਿੰਡ ਦਾ ਨਾਂ ਹੈ, ਫਲਾਂ ਫਲਾਂ ਬੰਦੇ ਦਾ ਨਾਂ ਹੈ, ਉਹ ਇਸ ਤਰ੍ਹਾਂ ਉਹਦੀ ਹਵੇਲੀ ਦੇ ਵਿੱਚ ਤੁਹਾਡੀ ਝੋਟੀ ਵੱਜੀ ਲਿਆਉਣਾ, ਉੱਥੋਂ ਝੋਟੀ ਲਿਆਉਣੀ ਤੁਹਾਡਾ ਕੰਮ ਹੈ, ਠੀਕ ਹੈ। ਉਹ ਝੋਟੀ ਲੜ ਕੇ ਲਿਆਓ, ਪੁਲਿਸ ਦੇ ਥਰੂ ਲਿਆਓ, ਆਰਾਮ ਨਾਲ ਲਿਆਓ, ਉਹ ਤੁਹਾਨੂੰ ਪਤਾ ਤੁਹਾਂ ਜਾਂ ਤੁਹਾਡਾ ਕੰਮ ਹੈ, ਮੇਰਾ ਕੰਮ ਨਹੀਂ। ਜੀ ਕਿਉਂ ਬਾਬਾ ਜੀ? ਬਿਲਕੁਲ। ਉੱਥੇ ਜਾਓ ਤੇ ਝੋਟੀ ਤੁਹਾਡੀ ਵੱਜੀ ਹੈ। ਉਹਨਾਂ 10,000 ਬਾਬਾ ਜੀ ਨੂੰ ਮੈਨੂੰ ਕਹਿਣਗੇ ਮੈਨੂੰ ਘਰ ਛੱਡਿਆ। ਮੈਂ ਇਹਨਾਂ ਨੂੰ ਮੋਟਰਸਾਈਕਲ ਤੇ ਬਿਠਾਇਆ, ਮੈਂ ਘਰ ਟੁਰ ਗਿਆ। ਉਹਨਾਂ ਆਪਣੇ ਉਸ ਮੁੰਡੇ ਨੂੰ, ਪੁਲਿਸ ਵਾਲੇ ਨੂੰ ਫੋਨ ਕੀਤਾ, ਗੁਜਰਾਂ ਵਾਲੇ ਨੌਕਰੀ ਕਰਦਾ ਸੀ ਉਦੋਂ, ਕਿ ਇਸ ਤਰ੍ਹਾਂ ਗੱਲ ਪਈ ਹੈ ਤੇ ਜਾਣਾ ਫਲਾਣੇ ਪਿੰਡ, ਬਾਬੇ ਹੋਣਾ ਫਲਾਣਾ ਪਿੰਡ ਦੱਸਿਆ। ਉਹ ਘੰਟੇ ਨੂੰ ਜਾ ਗਿਆ, ਉੱਥੋਂ ਦਿਨ ਵੀ ਚੜ ਗਿਆ, ਚੰਗੀ ਧੁੱਪ ਲੱਗ ਗਈ, ਗਰਮੀਆਂ ਦੇ ਦਿਨ ਸਨ। ਆਹ ਮੋਟਰਸਾਈਕਲਾਂ ਦੱਬੀਆਂ, ਉਹ ਡਸਕੇ ਤੋਂ ਸਾਡੇ ਸ਼ਹਿਰ ਤੋਂ ਉਹ ਪਿੰਡ ਜਿਹੜਾ ਬਾਬਾ ਜੀ ਦੱਸਿਆ ਸੀ ਨਾ, ਉਹ ਘੰਟੇ ਦਾ ਰਸਤਾ ਸੀ। ਕਿਉਂ ਬਾਬਾ ਜੀ? ਹਾਂਜੀ। ਇੱਕ ਘੰਟੇ ਦਾ ਪੂਰਾ ਰਸਤਾ ਸੀ। ਇਹਨਾਂ ਮੋਟਰਸਾਈਕਲਾਂ ਦਬਾਈਆਂ। ਉਸ ਪਿੰਡ ਦੇ ਵਿੱਚ ਪਹਿਲਾਂ ਹੀ ਜਿਹੜਾ ਪਿੰਡ ਦਾ ਚੌਧਰੀ ਸੀ ਨਾ, ਉਹਦੇ ਨਾਲ ਪਹਿਲਾਂ ਹੀ ਰਾਬਤਾ ਕਰ ਚੁੱਕਿਆ ਸੀ। ਉਹ ਪੁਲਿਸ ਵਾਲਾ ਮੁੰਡਾ ਜਿਹੜਾ ਸੀ ਨਾ, ਉਹਨੇ ਆਪਣੇ ਕੇ ਤਲਕ ਨਾਲ ਫੋਨ ਕਰਾ ਦਿੱਤਾ ਕਿ ਅਸੀਂ ਤੇਰੇ ਕੋਲ ਆ ਰਹੇ ਹਾਂ, ਸਾਨੂੰ ਕੋਈ ਤੇਰੇ ਨਾਲ ਕੰਮ ਹੈ। ਉਹ ਚੌਧਰੀ ਪਿੰਡ ਦਾ ਜਿਹੜਾ ਲੰਬੜਦਾਰ ਸੀ ਜਾਂ ਚੌਧਰੀ ਕਹਿ ਲਓ, ਜੋ ਵੀ ਸੀ, ਜ਼ਿਮੀਦਾਰ ਸੀ, ਉਹ ਪਹਿਲਾਂ ਹੀ ਸਾਡੇ ਇੰਤਜ਼ਾਰ 'ਚ ਬੈਠਾ ਸੀ। ਗਏ ਜਾ ਕੇ ਉਹਨੂੰ ਮਿਲੇ, ਉਹਨੇ ਚਲੋ ਸਾਨੂੰ ਚਾਹ ਪਾਣੀ ਪਿਆਇਆ, ਰੋਟੀ ਛੋਟੀ ਖਵਾਈ, ਨਾਸ਼ਤਾ ਕਰਾਇਆ। ਉਹਨੇ ਕਿਹਾ ਕਿਸ ਤਰ੍ਹਾਂ ਆਏ? ਉਹਨੇ ਕਿਹਾ ਜੀ ਇਹ ਗੱਲ ਏ, ਤਾਂ ਫਲਾਣੇ ਬੰਦੇ ਦੀ ਹਵੇਲੀ ਜਾਣਾ ਹੈ ਤੇ ਸਾਨੂੰ ਇਹ ਦੱਸ ਪਈ ਏ। ਉਹਨੇ ਕਿਹਾ ਜੀ ਤੁਸੀਂ ਚੁੱਪ ਦੱਸੋ ਨਾ, ਕਿਸੇ ਨੂੰ ਚੁੱਪ ਕਰਕੇ ਜਾਓ, ਝੋਟੀ ਤੁਹਾਡੀ ਅਗਰ ਉੱਥੇ ਵੱਜੀ ਏ ਤੇ ਫਿਰ ਅਗਲੀ ਗੱਲ ਬਾਅਦ ਦੀ ਏ, ਪਹਿਲਾਂ ਜਾ ਕੇ ਵੇਖ ਕੇ ਆਓ। ਅਸੀਂ ਉੱਥੇ ਹਵੇਲੀ ਗਏ ਤੇ ਝੋਟੀ ਉੱਥੇ ਵੱਜੀ ਸੀ, ਉਹੀ ਝੋਟੀ ਉਹ ਹਵੇਲੀ 'ਚ ਵੱਜੀ ਸੀ। ਆਹ ਵਾਪਸ ਆ ਕੇ ਚੌਧਰੀ ਨਾਲ ਗੱਲ ਕੀਤੀ। ਚੌਧਰੀ ਨੇ ਕਿਹਾ ਗੱਲ ਹੈ ਵੇ ਕਿ ਤੁਸੀਂ ਪੁਲਿਸ ਚੀਜ਼ ਨਾ ਮੰਗਵਾਇਆ ਜੇ, ਇੱਥੇ ਸਟੰਡ ਨਾ ਲਾਇਆ ਜੇ, ਮੇਰੀ ਪਿੰਡਦਾਰੀ ਹੈ, ਮੈਂ ਆਪੀ ਮਾਮਲੇ ਨੂੰ ਹੱਲ ਕਰ ਦੇਣਾ। ਉਹਨੇ ਉਸ ਬੰਦੇ ਨੂੰ ਬੁਲਾਇਆ। ਉਹਨੇ ਕਿਹਾ ਝੋਟੀ ਤੂੰ ਕਿੱਥੋਂ ਲਈ? ਉਹਨੇ ਕਿਹਾ ਜੀ ਮੈਂ ਫਲਾਣੀ ਮੰਡੀ 'ਚੋਂ ਲੈ ਕੇ ਆਇਆ ਤੇ ਇੰਨੇ ਦੀ ਲੈ ਕੇ ਆਇਆ। ਠੀਕ ਹੈ। ਫਲਾਣਾ ਮੁੰਡਾ ਜਿਹੜਾ, ਉਹਨੇ ਨਾਂ ਨਹੀਂ ਉਹਨੂੰ ਪਤਾ, ਉਹਨੇ ਕਿਹਾ ਫਲਾਣਾ ਜਿਹਾ ਮੁੰਡਾ ਸੀ ਪੂਰੇ ਜਿਹੇ ਕੱਦ ਦਾ, ਤੇ ਜਿਹੜਾ ਵੇ ਉਹ ਪੱਕੇ ਜਿਹੇ ਰੰਗ ਦਾ ਸੀ, ਤੇ ਉਹ ਉੱਥੇ ਵੇਚਦਾ ਸੀ ਪਿਆ, ਤੇ ਮੈਂ ਇੰਨੇ ਦੀ ਝੋਟੀ ਲੈ ਕੇ ਆਇਆ। ਖੈਰ ਉਹ ਝੋਟੀ ਖੋਲ ਕੇ ਉਹਨਾਂ ਸਾਨੂੰ ਫੜਾਈ ਤੀ। ਉਹਨਾਂ ਕਿਹਾ ਤੁਸੀਂ ਲੈ ਜਾਓ, ਅਗਲੀ ਗੱਲ ਬਾਅਦ 'ਚੋਂ ਕਰਨੇ ਆ। ਫਿਰ ਉਹ ਬੰਦੇ ਨੂੰ ਡਸਕੇ ਲਿਆ ਕੇ ਹਾਂ ਕਿਹਾ ਉਹ ਮੁੰਡਾ ਜਿਹੜਾ ਤੂੰ ਸ਼ਨਾਖਤ ਕਰ ਸਕਣਾ? ਉਹਨੇ ਕਿਹਾ ਅਗਰ ਸਾਹਮਣੇ ਆਇਆ ਤਾਂ ਮੈਂ ਸ਼ਨਾਖਤ ਕਰ ਲਾਂਗਾ। ਉਹ ਮੁੰਡਾ ਜਿਹੜਾ ਨਾਲਦਿਆਂ ਦਾ ਨੌਕਰ ਨਿਕਲਿਆ, ਨਾਲਦਿਆਂ ਦਾ ਡੇਰਾ ਜਿਹੜਾ ਸੀ ਨਾ, ਉਹਨਾਂ ਦਾ ਨੌਕਰ ਸੀ। ਉਹ ਖੋਲ ਕੇ ਉੱਥੋਂ ਲੈ ਗਿਆ, ਜਾ ਕੇ ਉਹਨੇ ਮੰਡੀ ਵੇਚ ਛੱਡੀ, ਕਿਸੇ ਮੰਡੀ 'ਚ ਡੰਗਰਾਂ ਵਾਲੀ ਮੰਜੀ ਹੈ। ਤੇ ਉਹ ਬਾਬਾ ਜੀ ਨੇ ਇਹ ਜਿਹੜਾ ਵੇ ਇਹ ਵਾਕਿਆ ਮੇਰੀ ਅੱਖਾਂ ਦਾ ਵੇਖਿਆ, ਮੇਰੀ ਜੱਗ ਵੀ ਹੱਡ ਬੀਤੀ ਵਾਕਿਆ, ਇਹ ਮੈਂ ਅੱਖਾਂ ਨਾਲ ਵੇਖਿਆ। ਤੇ ਬਾਬਾ ਜੀ ਉਹ ਕੰਮ ਤੁਸੀਂ ਹੁਣ ਬਿਲਕੁਲ ਛੱਡ ਛੜਿਆ? ਬਿਲਕੁਲ ਜਨਾਬ, ਛੱਡ ਦਿੱਤਾ। ਅੱਛਾ, ਅਮਲੀਆਤ ਦੇ ਜ਼ਰੀਏ ਚੀਜ਼ਾਂ ਪਤਾ ਚੱਲ ਜਾਂਦੀਆਂ ਨੇ? ਉਸ ਟਾਈਮ ਤੇ ਜੀ ਚੱਲ ਜਾਂਦੀਆਂ ਸੀ। ਨਹੀਂ ਮੈਂ ਇਹ ਨਹੀਂ ਆਖਿਆ ਕਿ ਤੁਸੀਂ ਕਰਦੇ ਹੋ, ਮੈਂ ਜਦੋਂ ਕਰਦੇ ਹੁੰਦੇ ਹੋ। ਹਾਂਜੀ, ਉਦੋਂ ਆ ਜਾਂਦੀਆਂ ਸੀ ਨਜ਼ਰ, ਇਹ ਸਾਰੀਆਂ ਚੀਜ਼ਾਂ ਪਤਾ ਚੱਲ ਜਾਂਦਾ ਹੈ। ਬਿਲਕੁਲ ਚੱਲ ਜਾਂਦਾ ਸੀ। ਤੇ ਇਹਦੇ ਵਾਸਤੇ ਅਮਲ ਬੜੇ ਸਖਤ ਕਰਨੇ ਪੈਂਦੇ ਨੇ? ਹਾਂਜੀ, ਸਖਤ ਅਮਲ ਕਰਨਾ ਹੈ। ਕੋਈ ਜੰਗਲ 'ਚ ਬਹਿਣਾ ਪੈਂਦਾ, ਕੋਈ ਪਾਣੀ ਤੇ ਬਹਿਣਾ ਪੈਂਦਾ, ਨਹਿਰ ਤੇ ਜਾ ਕੇ। ਅੱਛਾ, ਕਿਲੇ ਕੱਟਣੇ ਪੈਂਦੇ ਨੇ? ਜੀ ਹਾਂ। ਅੱਛਾ ਬਾਬਾ ਜੀ, ਇਹ ਕੰਮ ਤੇ ਤੂੰ ਇਸ ਵਾਸਤੇ ਛੱਡਿਆ ਨਾ ਕਿ ਲੋਕਾਂ ਦੀ ਮੁਖਾਲਫਤ ਬਹੁਤ ਜ਼ਿਆਦਾ ਹੋ ਜਾਂਦੀ ਹੈ। ਜਦੋਂ ਕੋਈ ਚੋਰ ਫੜਨੇ ਆ ਜੀ ਜੀ, ਉਹਦੀ ਮੁਖਾਲਫਤ ਬਣ ਜਾਂਦੀ ਹੈ। ਹਾਂਜੀ, ਤੇ ਇਸ ਗੱਲਾਂ ਤੋਂ ਇਸ ਗੱਲ ਤੋਂ ਤੁਸੀਂ ਕੰਮ ਹੀ ਛੱਡ ਛੱਡਿਆ? ਬਿਲਕੁਲ ਛੱਡ ਦਿੱਤਾ। ਹੁਣ ਤਾਂ ਮੈਂ ਤੁਸੀਂ ਬਿਲਕੁਲ ਨਹੀਂ ਕਰਦੇ? ਬਿਲਕੁਲ ਨਾ ਮਲਕੇ ਨੂੰ ਦੱਸਦੇ ਹੀ ਹੋ? ਨਾ ਨਾ, ਬਿਲਕੁਲ। ਕਈ ਲੋਕਾਂ ਤੁਹਾਡੇ ਕੋਲ ਪੁੱਛਿਆ ਹੋਏਗਾ? ਬੜੇ ਪੁੱਛਦੇ ਰਹੇ, ਲੇਕਿਨ ਮੈਂ ਨਹੀਂ ਦੱਸਿਆ ਕਿਸੇ ਨੂੰ ਵੀ। ਅੱਛਾ, ਕਿਉਂਕਿ ਐਵੇਂ ਦੂਸਰੇ ਬੰਦੇ ਨੂੰ ਵੀ ਫਸਾਣਾ ਕੀ ਫਾਇਦਾ। ਹਾਂ ਹਾਂਜੀ, ਪਰੇਸ਼ਾਨੀਆਂ ਦਾ ਬੈਸ ਬਣਦਾ ਹੈ। ਠੀਕ ਹੈ। ਤੇ ਉਹ ਝੋਟੀ ਜਿਹੜੀ ਹੈ ਉਹਨੂੰ ਮੈਨੂੰ ਚੰਗੀ ਤਰ੍ਹਾਂ ਵਾਕਿਆ ਯਾਦ ਹੈ, ਕੋਈ ਚਿੱਟੀ ਚਾਦਰ ਹਾਂ ਤੁਹਾਡੇ ਤੇ ਪਾਈ ਸੀ। ਹਾਂਜੀ ਹਾਂਜੀ, ਅੱਧਾ ਘੰਟਾ ਤੋਂ ਅਮਲ ਕੀਤਾ? ਬਿਲਕੁਲ। ਤੇ ਉਹ ਚੀਜ਼ ਦਾ ਨਕਸ਼ਾ ਸਾਹਮਣੇ ਆ ਗਿਆ ਸੀ? ਸਾਹਮਣੇ ਆ ਜਾਂਦਾ ਹੈ। ਇਹ ਫਲਾਣੇ ਪਿੰਡ ਤੇ ਫਲਾਣੀ ਹਵੇਲੀ? ਹਾਂਜੀ, ਇਲਮੇ ਤਸਵਰ ਨਾਲ ਪਤਾ ਕਰ ਲਈਦਾ। ਅੱਛਾ, ਤੇ ਬਾਬਾ ਜੀ ਅਗਰ ਲਾਲ ਹੋ ਗਈ ਹੁੰਦੀ ਮਿਸਾਲ ਦੇ ਤੌਰ ਤੇ, ਵੀ ਪਤਾ ਚੱਲ ਜਾਂਦਾ ਕਿ ਹਲਾਲ ਹੋ ਗਈ ਹੈ, ਫਿਰ ਵੀ ਪਤਾ ਚੱਲ ਜਾਣਾ ਸੀ? ਹਾਂਜੀ। ਅੱਛਾ, ਇਹ ਵਾਕਿਆ ਜਿਹੜਾ ਨਾ, ਮੈਂ ਇਹਨਾਂ ਕੋਲ ਅਮਲੀਆਤ ਨਾ ਉਹਨਾਂ ਦੱਸਣਾ ਨਾ ਮੈਂ ਪੁੱਛਣਾ ਹੀ ਹੈ, ਉਹਦੀ ਵਜ੍ਹਾ ਕਿ ਕੰਮ ਛੱਡ ਬੈਠੇ ਨੇ ਤੇ ਨਾ ਉਹ ਦੱਸਦੇ ਕਿ ਅਮਲ ਕੀ ਸੀ।
ਤੇ ਚਲੋ ਮੈਂ ਉਂਝ ਵੀਡੀਓ ਦੇ ਬਗੈਰ ਇਹਨਾਂ ਨੂੰ ਕਦੀ ਪੁੱਛਾਂਗਾ, ਜੇ ਇਹਨਾਂ ਕੋਈ ਦੱਸਿਆ ਤੇ ਫਿਰ ਉਹਦੇ ਬਾਰੇ ਮੈਂ ਗੱਲ ਕਰਾਂਗਾ। ਉਹ ਵਾਕਿਆ ਮੇਰੀ ਅੱਖਾਂ ਵੇਖਿਆ, ਵਾਕਿਆ ਕਿ ਇਹਨਾਂ ਇੱਕ ਝੋਟੀ ਬੰਦੇ ਨੂੰ ਲੱਭ ਕੇ ਦਿੱਤੀ, ਫਿਰ 10,000 ਰੁਪਇਆ ਦੀ ਇਹਨਾਂ ਗੱਲ ਕੀਤੀ ਸੀ, ਉਹਨਾਂ ਮੈਨੂੰ 20,000 ਰੁਪਇਆ ਦਿੱਤਾ ਉਸ ਜ਼ਮਾਨੇ 'ਚ। ਹਾਂਜੀ ਗੱਲ ਹੈ ਜੀ ਬਿਲਕੁਲ। ਇਹਨਾਂ ਦੀ ਇਮਾਨਦਾਰੀ ਵੇਖੋ ਤੇ ਮੈਂ ਇਹਨਾਂ ਦੇ ਘਰ 20,000 ਰੁਪਇਆ ਲੈ ਕੇ ਗਿਆ। ਮੈਂ ਕਿਹਾ ਬਾਬਾ ਜੀ ਇਹ ਉਹਨਾਂ ਨੂੰ 10,000 ਰੁਪਇਆ ਤੁਹਾਡਾ ਕੀਤਾ ਸੀ, 10,000 ਰੁਪਇਆ ਨਾਮ ਦਿੱਤਾ ਹੈ, ਠੀਕ ਹੈ। ਯਕੀਨ ਕਰੋ ਕਿ ਇਹਨਾਂ 10,000 ਰੁਪਇਆ ਮੈਨੂੰ ਵਾਪਸ ਦੇਤਾ ਹੀ। ਉਹਨਾਂ ਕਿਹਾ ਅਮਰ ਤੂੰ ਰੱਖ ਲੈ, ਮੈਨੂੰ ਨਹੀਂ ਚਾਹੀਦਾ, ਮੈਂ ਜਿਹੜੀ ਗੱਲ ਕੀਤੀ ਮੈਨੂੰ ਨਹੀਂ ਚਾਹੀਦਾ। ਹਾਂਜੀ ਹਾਂਜੀ ਗੱਲ ਹੋਈ ਸੀ। ਬਿਲਕੁਲ। ਇਹਨਾਂ 10,000 ਰੁਪਇਆ ਮੇਰੀ ਜੇਬ 'ਚ ਪਾਇਆ ਸੀ ਉਸ ਜ਼ਮਾਨੇ ਦੇ ਵਿੱਚ। 10,000 ਬੜੇ ਪੈਸੇ ਹਨ। ਇਹਨਾਂ ਕਿਹਾ 10,000 ਤੇਰਾ, ਇਹ 10,000 ਮੇਰਾ ਹੈ, ਜਿਹੜੀ ਮੈਂ ਗੱਲ ਕੀਤੀ ਮੈਂ ਉਹਨੇ ਲਾਂਗਾ, ਵੱਧ ਮੈਂ ਨਹੀਂ ਲੈਣੇ, ਤੇ ਤੂੰ ਉਹਨਾਂ ਨੂੰ ਵਾਪਸ ਦੇ ਦੇ, ਜੇ ਆਪਣੇ ਕੋਲ ਰੱਖਣੇ ਤੇ ਆਪ ਹੀ ਰੱਖ ਲੈ। ਗੱਲ ਹੋਈ। ਹਾਂਜੀ ਹਾਂਜੀ। ਇਹਨਾਂ ਨੂੰ 10,000 ਰੁਪਇਆ ਦਿੱਤਾ ਕਿ ਤੇਰਾ ਦਿਲ ਕਰੇ ਤੂੰ ਆਪਣੀ ਜੇਬ 'ਚ ਰੱਖ, ਤੇਰਾ ਦਿਲ ਕਰੇ ਉਹਨਾਂ ਨੂੰ ਵਾਪਸ ਦੇ ਦੇ, ਲੇਕਿਨ ਮੈਂ 10,000 ਰੁਪਇਆ ਨਹੀਂ ਲੈਣਾ। ਹਾਂਜੀ ਬਿਲਕੁਲ। ਗੱਲ ਹੋਈ। ਹਾਂਜੀ ਹੋਈ। ਅੱਛਾ ਝੋਟੀ ਲੱਭ ਗਈ ਤੇ ਉਹ ਬਾਬਾ ਜਿਹੜਾ ਬੜਾ ਖੁਸ਼ ਹੋਇਆ, ਬੜਾ ਹੀ ਖੁਸ਼ ਹੋਇਆ। ਉਹ ਤੋਂ ਬਾਅਦ ਵੀ ਇੱਕ ਦੋ ਵਾਕਿਆ ਹੋਏ, ਫਿਰ ਉਹਨਾਂ ਦੱਸ ਪਾਈ ਕਿ ਫਲਾਣੇ ਬੰਦੇ ਕੋ ਜਾਓ। ਉਹਨਾਂ ਮੇਰੇ ਵੱਲ ਕੱਲੇ, ਮੈਂ ਇਹਨਾਂ ਕੋ ਗਿਆ, ਇਹਨਾਂ ਕਿਹਾ ਜੀ ਮੈਂ ਕੰਮ ਮੈਨੂੰ ਉਹ ਕਰੋੜ ਰੁਪਇਆ ਵੀ ਮੈਂ ਨਹੀਂ ਕਰ ਸਕਦਾ, ਨਾ ਮੈਂ ਕਰਨਾ, ਮੈਂ ਛੱਡ ਦਿੱਤਾ ਹੈ। ਮੈਂ ਆਪਣੇ ਬੱਚਿਆਂ ਨਾਲ ਕਸਮ ਖਾ ਕੇ ਵਾਅਦਾ ਕੀਤਾ ਕਿ ਮੈਂ ਕੰਮ ਨਹੀਂ ਕਰਾਂਗਾ। ਗੱਲ ਹੋਈ। ਹਾਂਜੀ ਠੀਕ ਹੈ। ਅੱਛਾ ਬਾਬਾ ਜੀ ਹੁਣ ਗੱਲ ਕਰਾਂਗੇ ਜਨਾਬ ਜੜੀ ਬੂਟੀਆਂ ਤੇ। ਜੜੀ ਬੂਟੀਆਂ ਹੁਣ ਕਿਉਂਕਿ ਬਾਰਿਸ਼ਾਂ ਦਾ ਮੌਸਮ ਹੈ, ਬਰਸਾਤ ਦਾ ਮੌਸਮ ਹੈ, ਜਿਹਨੂੰ ਅਸੀਂ ਸਾਉਣ ਦਾ ਮਹੀਨਾ ਨੇ ਆ, ਇਹਦੇ ਵਿੱਚ ਬਹੁਤ ਜ਼ਿਆਦਾ ਜੜੀ ਬੂਟੀਆਂ ਪੈਦਾ ਹੋਣੀਆਂ ਨੇ, ਠੀਕ ਹੈ। ਜੰਗਲੀ ਕੌਣ ਜਿਹੜੀ ਹੈ ਇਹ ਕਿੰਨੀ ਕਿਸਮ ਦੀ ਹੈ ਜਰਾ ਸਾਨੂੰ ਦੱਸੋਗੇ? ਉਹਨਾਂ ਦੇ ਸਾਰੀਆਂ ਵੇਖੀਆਂ। ਇਹ ਜਨਾਬ 4 ਕਿਸਮ ਦੀ ਹੈ ਜੰਗਲੀ ਜੀ। ਠੀਕ ਹੈ। ਹਾਂਜੀ। ਇਹਨਾਂ ਦੇ ਇਲਾਕੇ ਦੱਸ ਸਕਦੇ ਹੋ? ਬਿਲਕੁਲ। ਕਿਹੜਾ ਇਲਾਕਾ? ਇਹ ਜਨਾਬ ਅਲੀ ਇਹ ਗੋਡਾ ਥਲੇ ਕਰੋ। ਦਰਿਆਏ ਜੇਲਮ ਤੋਂ ਵੀ ਮਿਲ ਜਾਂਦੀ ਹੈ, ਅੱਛਾ ਚਨਾਹ ਤੋਂ ਵੀ ਮਿਲ ਜਾਂਦੀ ਹੈ, ਠੀਕ ਹੈ, ਰਾਵੀ ਤੋਂ ਵੀ ਮਿਲ ਸਕਦੀ ਹੈ, ਠੀਕ ਹੈ। ਹਾਂਜੀ, ਮੁਖਤਲਿਫ ਦਰਿਆਵਾਂ ਤੋਂ ਮਿਲ ਜਾਂਦੀ ਹੈ। ਅੱਛਾ ਪਾਪਾ ਜੀ ਮੈਂ ਰਾਵੀ ਤੇ ਦਰਿਆ ਰਾਵੀ ਜਿਹੜਾ ਮੈਂ ਕਿਤੇ ਗਿਆ ਉੱਥੇ ਨੀਲਕੰਠ ਬੂਟੀ ਮੈਂ ਉੱਥੇ ਵੇਖੀ ਹੈ। ਹਾਂਜੀ ਨੀਲਕੰਠ ਵੀ ਹੈ, ਮੈਂ ਉੱਥੇ ਵੇਖੀ ਹੈ ਜੀ। ਧਮਾਸਾ ਵੀ ਮੈਂ ਵੇਖੀ ਹੈ ਜੀ। ਰਾਵੀ ਦੇ ਕੰਢੇ ਤੇ। ਹਾਂਜੀ ਹਾਂਜੀ। ਧਮਾਸਾ ਬੂਟੀ ਮੈਂ ਵੇਖੀ ਹੈ। ਅੱਛਾ ਇਹ ਜਿਹੜੀ ਬੂਟੀ ਹੈ ਬਤਕਲ। ਹਾਂਜੀ ਬਤਕਲ ਸਾਡੇ ਇਲਾਕੇ ਜਾਮ ਹੈ। ਹਾਂਜੀ। ਇਹਨੂੰ ਜੰਗਲੀ ਗੋਭੀ ਵੀ ਆਂਦੇ ਨੇ। ਬਿਲਕੁਲ ਬਿਲਕੁਲ। ਮੈਂ ਸੁਣਿਆ ਕਿ ਕੀਮੀਆ ਦੀ ਚਾਬੀ ਹੈ, ਇਹਦੇ ਬਾਰੇ ਕੋਈ ਰੋਸ਼ਨੀ ਪਾਓ। ਬਿਲकुल बड़ी अच्छी बूटी है। नहीं हाँ जी। कीमिया ਦੇ ਮਤਲਬ ਜਿਹੜੇ ਕੀਮੀਆਗਰ ਨੇ ਨਾ जी जी ਉਹਦੇ ਮਤਲਬ ਲਿਖਦੇ ਨੇ ਜਾਂ ਆਂਦੇ ਨੇ ਜਾਂ ਮੈਂ ਸੁਣਿਆ ਜਾਂ ਪੜਿਆ ਉਹ ਆਂਦੇ ਨੇ ਕਿ ਇਹ ਕੀਮੀਆ ਦੀ ਚਾਬੀ ਹੈ। ਚਾਬੀ ਵਜ੍ਹਾ ਹੈ ਕਿ ਇਹਦੇ ਚ ਛੋੜ ਦਾ ਕੰਮ ਹੈ, ਯਾਨੀ ਚੀਜ਼ ਨੂੰ ਜਾਰੀ ਕਰ ਦੇਣਾ। ਇਹ ਬਤਕਲ ਦਾ ਕੰਮ ਹੈ। ਬਤਕਲ ਦਾ ਕੰਮ। ਅੱਛਾ। ਇਹਦੇ ਵਿੱਚ ਸੁਰਖ ਕਾਈ ਦਾ ਕੁਸ਼ਤਾ ਕਰ ਲਓ ਜਾਂ ਨੀਲੇ ਦਾ ਕਰ ਲਓ, ਅੱਛਾ, ਉਹ ਜਾਂ ਨਿਸ਼ਾਦਰ ਬਣਾ ਲਓ, ਉਹ ਅੱਗੋਂ ਛੋੜ ਦਾ ਕੰਮ ਕਰੇਗਾ। ਠੀਕ ਹੈ। ਹਾਂਜੀ। ਅਗਲੀ ਚੀਜ਼ ਜਿਹੜੀ ਬਣਾਣੀ ਹੈ ਨਾ ਉਹਨਾਂ ਹਾਂ ਉਹਨੂੰ ਇਹ ਖੋਲੇ। ਠੀਕ ਹੋ ਗਿਆ। ਅੱਛਾ ਬਾਬਾ ਜੀ ਮੈਨੂੰ ਇਹ ਦੱਸੋ ਕਿ ਇਹ ਕੀਮੀਆ ਵਾਸਤੇ ਜੀ ਜਿਹੜੀਆਂ ਅਕਸੀਰੀ ਬੂਟੀਆਂ ਨੇ ਜੀ ਜਿਹਨੂੰ ਅਸੀਂ ਕੀਮੀਆ ਦੀ ਚਾਬੀ ਆਨੇ ਆ ਜਾਂ ਕੀਮੀਆ ਦਾ ਦਰਵਾਜ਼ਾ ਆਨੇ ਆ, ਜਿਹੜੀ ਬੂਟੀਆਂ ਨੇ ਉਹ ਕਿਹੜੀਆਂ ਬੂਟੀਆਂ ਨੇ ਜਿਹੜੀਆਂ ਕੀਮੀਆ ਦਾ ਦਰਵਾਜ਼ਾ ਨੇ? ਹਾਂਜੀ। ਰੋਦੰਤੀ ਹੈ। ਕੀਮੀਆ ਦਾ ਦਰਵਾਜ਼ਾ ਹੈ। ਹਾਂਜੀ। ਇਸ ਤੋਂ ਇਲਾਵਾ ਹਾਂ ਖਤਮੀ ਖਬਾਜੀ ਹੈ। ਕੀਮੀਆ ਦਾ ਦਰਵਾਜ਼ਾ ਹੈ। ਹਾਂਜੀ। ਅੱਛਾ। ਹੋਰ ਇੰਜ ਦੀਆਂ ਬੜੀਆਂ ਬੂਟੀਆਂ ਜਿਹੜੀਆਂ ਪੁੱਠ ਕੰਡਾ ਵੀ ਇਹੀ ਚੀਜ਼ ਹੈ। ਇਹ ਵੀ ਕੀਮੀਆ ਦਾ ਦਰਵਾਜ਼ਾ ਹੈ। ਹਾਂਜੀ, ਜਿਹਨੂੰ 7 ਰੰਗੀ ਆਂਦੇ ਆ। ਠੀਕ ਹੈ। ਇਹੀ ਇਹਨਾਂ ਲੋਕਾਂ ਨੂੰ ਫਜ਼ੂਲ ਚੀਜ਼ਾਂ ਨੂੰ ਫਜ਼ੂਲ ਕਹਿੰਦੇ ਆ। ਹਾਂਜੀ। ਅੱਛਾ। ਫਿਰ ਇੱਕ ਗੁਲਾਬ ਕਿਸਮ ਦੀ ਬੂਟੀ ਹੈ, ਗੁਲਾਬ ਵਾਂਗੂ ਪੱਤਰ ਕੰਡੇ ਵੀ ਉਹਦੇ ਆ। ਠੀਕ ਹੈ। ਹਾਂਜੀ। ਉਹਨੂੰ ਬਰੀਕ ਬਰੀਕ ਦਾਣੇ ਲੱਗਦੇ ਆ। ਠੀਕ ਹੈ। ਹਾਂਜੀ। ਤੇ ਉਹ ਨਾਮ ਮੇਰੇ ਜ਼ਿਹਨ ਚ ਭੁੱਲ ਗਿਆ ਉਹਦਾ। ਠੀਕ ਹੈ। ਲੇਕਿਨ ਉਹ ਵੀ ਬੂਟੀ ਅਕਸੀਰੀ ਹੈ। ਠੀਕ ਹੋ ਗਿਆ। ਅੱਛਾ ਬਾਬਾ ਜੀ ਗੱਲ ਹੈ ਕਿ ਉਮਰ ਦਾ ਤਕਾਜ਼ਾ ਹੈ ਹੁਣ ਤੇ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਨੂੰ ਜ਼ਿਹਨ ਚ ਨਿਕਲ ਜਾਂਦੀਆਂ ਨੇ। ਤੁਹਾਡਾ ਹਾਫਜ਼ਾ ਏਡਾ ਤੇਜ਼ ਰਿਹਾ ਕਿ ਤੁਸੀਂ ਕਦੀ ਕੋਈ ਸ਼ੈ ਨੋਟ ਵੀ ਨਹੀਂ ਕੀਤੀ? ਨਹੀਂ, ਇਹ ਹਜੇ ਤੱਕ ਨਹੀਂ ਨੋਟ ਕੀਤੀ ਕੋਈ। ਠੀਕ ਹੈ। ਹਰ ਚੀਜ਼ ਤੁਹਾਨੂੰ ਜ਼ੁਬਾਨੀ ਯਾਦ ਸੀ ਜਾਂ ਤੁਸੀਂ ਉਹਨਾਂ ਨੂੰ ਆਪਣੀ ਖੋਜ ਰੱਖਦੇ ਸੋ? ਤੇ ਹੁਣ ਮੇਰੇ ਨਾਲ ਕਦੋਂ ਵਾਅਦਾ ਕਰਨਾ ਬਾਹਰ ਨਿਕਲਣ ਦਾ, ਜੜੀ ਬੂਟੀਆਂ ਵੇਖਣ ਦਾ? ਜਨਾਬ ਜਦੋਂ ਤੁਸੀਂ ਆਰਡਰ ਦਿਓ ਮੈਂ ਤਿਆਰ। ਠੀਕ ਹੈ। ਤੇ ਕਿਹੜੇ ਇਲਾਕੇ 'ਚ ਲੈ ਕੇ ਜਾਓਗੇ ਮੈਨੂੰ? ਅਸੀਂ ਆਪਣੇ ਇਲਾਕੇ 'ਚ ਇੱਧਰ ਜਾਵਾਂਗੇ ਨਾ, ਤਹਿਸੀਲ ਫੋਟਾਬਾਸ ਲੈ ਜਾ।
ਠੀਕ ਹੈ। ਜਜਮਾਨ ਸਾਈਡ ਤੇ ਲੈ ਜਾਈਏ, ਨਹੀਂ ਤੇ ਮੈਂ ਨਾ ਐਤਕਾਂ ਇਸਲਾਮਾਬਾਦ ਵੱਲ ਤੁਰ ਚੱਲਾਂਗੇ। ਨਹੀਂ ਮੈਂ ਨਾ ਕਿ ਐਤਕਾਂ ਜਿਹੜਾ ਚੱਕਰ ਹੈ ਹਾਂਜੀ ਉਹ ਦਰਿਆਏ ਜੇਲਮ ਦਾ ਲਾਈਏ। ਚਲੋ ਠੀਕ ਹੈ, ਜੇਲਮ ਚ ਚਲੇ ਚੱਲਾਂਗੇ। ਦਰਿਆਏ ਜੇਲਮ ਦੀਆਂ ਜੜੀ ਬੂਟੀਆਂ ਜਿਹੜੀਆਂ ਨੇ ਬੜੀਆਂ ਇੱਧਰ ਵੀ। ਅੱਛਾ ਮੈਂ ਤੁਹਾਨੂੰ ਇੱਕ ਹੋਰ ਵਾਕਿਆ ਸੁਣਾ ਦਿਆਂ ਕਿ ਇੱਕ ਵਾਰੀ ਬਾਬਾ ਜੀ ਨਾ ਦਰਿਆਏ ਜੇਲਮ ਤੇ ਮੇਰੇ ਨਾਲ ਗਏ। ਇਹ ਮੇਰੇ ਨਾਲ ਸਨ, ਐਡੀ ਪੁਰਾਣੀ ਗੱਲ ਨਹੀਂ ਹੈ, ਸਮਝ ਲਓ 5-7 ਸਾਲ ਪੁਰਾਣੀ ਗੱਲ ਹੈ। ਮੈਂ ਇਹਨਾਂ ਨੂੰ ਦਰਿਆਏ ਜੇਲਮ ਤੇ ਲੈ ਗਿਆ, ਸੌਣ ਭਾਦਰੋਂ ਤੋਂ ਬਾਅਦ ਦੀ ਗੱਲ ਹੈ। ਉਥੇ ਕੁਝ ਕੀਮੀਆਗਰ ਸਾਨੂੰ ਮਿਲੇ ਕਿ ਜਿਹੜੇ ਜੜੀ ਬੂਟੀਆਂ ਲੱਭਦੇ ਹਨ ਪਏ। ਉਹ ਇੱਕ ਬੰਦਾ ਜਿਹੜਾ ਸੀ ਹਕੀਮ ਸੀ, ਨਾਲ ਕੋ ਕੀਮੀਆਗਰ ਸਨ, ਉਹ ਜੜੀ ਬੂਟੀਆਂ ਪੇ ਲੱਭਦੇ ਹਨ। ਉਹ ਜਿਸ ਬੂਟੀ ਦੇ ਕੋਲ ਖਲੋਤੇ ਹਨ ਤੇ ਉਹਨੂੰ ਹੀ ਲੱਭਦੇ ਫਿਰਦੇ ਹਨ। ਐਜੀ ਗੱਲ ਹੈ, ਬਿਲਕੁਲ ਬਿਲਕੁਲ। ਯਾਨੀ ਉਸੇ ਬੂਟੀ ਦੇ ਕੋਲ ਖਲੋਤੇ ਨੇ, ਯਾਨੀ ਨਾਲ ਹੀ ਉਹ ਬੂਟੀ ਕਿੰਨੇ ਵਾਲੇ ਬੂਟੇ ਹਨ ਉਹਦੇ, ਤੇ ਉਸੇ ਬੂਟੀ ਨੂੰ ਲੱਭਦੇ ਫਿਰਦੇ ਹਨ। ਤੇ ਉਹਨਾਂ ਨੂੰ ਕਿਸੇ ਨੇ 10 ਹੋਰ ਪਾਈਤੀ ਕਿ ਉਹਦੀ ਸ਼ਕਲੋ ਸੂਰਤ ਇਹ ਹੁੰਦੀ ਹੈ। ਤੇ ਐਵੇਂ ਸਾਡੀ ਮੁਲਾਕਾਤ ਹੋ ਗਈ, ਉੱਥੇ ਬਹਿ ਕੇ ਹਾਂ ਕੋਈ 10 ਮਿੰਟ ਬੈਠੇ, ਪਾਣੀ ਛਾਣੀ ਪੀਤਾ, ਉਹਨਾਂ ਦੇ ਕੋਲ ਪਾਣੀ ਛਾਣੀ ਆਇਆ ਸੀ, ਉਹਨਾਂ ਸਾਨੂੰ ਵੀ ਪਿਆਇਆ। ਉਹ ਵੀ ਮੋਟਰਸਾਈਕਲਾਂ ਤੇ ਹਨ ਤੇ ਅਸੀਂ ਵੀ ਮੋਟਰਸਾਈਕਲ ਤੇ ਹਾਂ। ਅਸੀਂ 2 ਬੰਦੇ ਹਾਂ, 4 ਬੰਦੇ ਹਨ। ਬਾਬੇ ਨੇ ਕਿਹਾ ਕੀ ਲੱਭਦੇ ਫਿਰ? ਉਹਨੇ ਕਿਹਾ ਬੂਟੀ ਪਹਿਲਾਂ ਬਣਿਆ ਲੱਭਦੀ ਨਹੀਂ ਪਈ। ਤੇ ਬਾਬੇ ਨੇ ਕਿਹਾ ਪਾਗਲ ਹੋਏ ਫਿਰੇ ਹੋ ਕਿਤੇ, ਤੁਹਾਨੂੰ ਸੱਤਾ ਦੇ ਨਹੀਂ ਸਤਾਏ ਨਹੀਂ ਗਏ, ਸਠਾ ਗਏ ਹੋ। ਤੇ ਉਹਨਾਂ ਕਿਹਾ ਅੱਲਾ ਦੇ ਬੰਦਿਆਂ ਜਿਹੜੇ ਪਿੱਛੇ ਬੂਟੇ ਲੱਗੇ ਨੇ ਆਹੀ ਤੇ ਬੂਟੀ ਹੈ। ਹਾਂਜੀ ਬਿਲਕੁਲ। ਉਹਨਾਂ ਕਿਹਾ ਜਿਹੜੀ ਤੁਹਾਡੇ ਕੋਲ ਜਿੱਥੇ ਕੋਲ ਹੈ ਬੂਟੇ ਨਜ਼ਰ ਆਉਂਦਾ ਜਿਹੜਾ ਪਿਆ, ਜਿਹੜੀ ਖਲੋਤੇ ਹੋ ਤੁਹਾਡੇ ਆਲੇ ਦੁਆਲੇ, ਸਾਰੀ ਉਹੀ ਬੂਟੀ ਹੈ। ਤੇ ਤੁਸੀਂ ਕਿਹੜੀ ਬੂਟੀ ਪੇ ਲੱਭਦੇ ਹੋ? ਉਹ ਫਿਰ ਸਿਰ 'ਚ ਹੱਥ ਮਾਰ ਕੇ ਨਾ ਤੇ ਕਰਨ ਲੱਗ ਪਏ, ਕਹਿ ਰਹੇ ਸਾਨੂੰ ਤੇ ਉਹ ਬੰਦੇ ਨੇ ਹੋਰ ਬੂਟੀ ਦੱਸਿਆ ਸੀ। ਤੇ ਬਾਬਾ ਜੀ ਕਿਹਾ ਉਹ ਜਿਹੜੀ ਬੂਟੀ ਤੁਸੀਂ ਮੈਨੂੰ ਨਾਂ ਨਹੀਂ ਯਾਦ ਉਹਦਾ ਇਸ ਟਾਈਮ, ਕਿਉਂਕਿ ਵੀ 5-7 ਸਾਲ ਪੁਰਾਣੀ ਗੱਲ ਹੈ। ਤੇ ਉਹਨੇ ਕਿਹਾ ਜਿਹੜੀ ਬੂਟੀ ਤੁਸੀਂ ਲੱਭਦੇ ਆਹੀ ਬੂਟੀ ਹੈ, ਤੇ ਇਹਨੂੰ ਲੈ ਜਾਓ ਚੁੱਪ ਕਰਕੇ। ਤੇ ਉਹ ਤੁਹਾਨੂੰ ਉਹਨੇ ਸ਼ਕਲੋ ਸੂਰਤ ਹੋਰ ਦੱਸੀ ਹੈ, ਜਿਹੜੇ ਨਾਂ ਤੁਸੀਂ ਲੈਂਦੇ ਹੋ ਉਹ ਬੂਟੀ ਹੈ। ਹਾਂਜੀ ਬਿਲਕੁਲ। ਅਗਰ ਸਾਨੂੰ ਨਹੀਂ ਪਤਾ ਤੁਸੀਂ ਲੱਭਦੇ ਕੀ ਹੋ ਪਏ, ਲੇਕਿਨ ਜਿਹੜਾ ਤੁਸੀਂ ਨਾਂ ਲੈਂਦੇ ਹੋ ਨਾ ਉਹ ਬੂਟੀ ਇਹੋ ਹੀ ਹੈ। ਇਹੋ ਜਿਹੇ ਕਈ ਵਾਕਿਆਤ ਨੇ। ਤੇ ਮੈਂ ਇਨਸ਼ਾਅੱਲਾ ਤਾਲਾ ਕੋਸ਼ਿਸ਼ ਕਰਾਂਗਾ ਕਿ ਇਹਨਾਂ ਕੋਲੋਂ ਬਹੁਤ ਸਾਰੇ ਕੀਮੀਆਗਰੀ ਦੇ ਨੁਸਖੇ ਤੁਹਾਡੇ ਨਾਲ ਸ਼ੇਅਰ ਕੀਤੇ ਜਾਣ, ਕੁਸ਼ਤਾ ਸਾਜ਼ੀ ਦੇ ਬਹੁਤ ਸਾਰੇ ਨੁਸਖੇ ਜਿਹੜੇ ਨੇ ਸ਼ੇਅਰ ਕੀਤੇ ਜਾਣ, ਕਿਉਂਕਿ ਬੜਾ ਉਹਨਾਂ ਮਸ਼ਕ ਤਜਰਬਾ ਇਹਨਾਂ ਦਾ, ਔਰ ਬੜੇ ਪੁਰਾਣੇ ਸੰਨਿਆਸੀ ਨੇ, ਔਰ ਸਾਡੇ ਇਲਾਕੇ ਦੇ ਵਿੱਚ ਜਾਨੀ ਪਹਿਚਾਨੀ ਸ਼ਖਸੀਅਤ ਹੈ। तमाम ਹਕੀਮ ਇੱਥੋਂ ਦੇ, ਕੀਮੀਆਗਰ ਇੱਥੋਂ ਦੇ, ਸਾਡੇ ਇਲਾਕੇ ਦੇ ਜਿਹੜੇ ਨੇ, ਬਾਹਰ ਦੇ ਵੀ ਜਿਹੜੇ ਇਹਨਾਂ ਨੂੰ ਜਾਣਦੇ ਨੇ, ਜਦੋਂ ਕੋਈ ਜੜੀ ਬੂਟੀ ਚਾਹੀਦੀ ਹੁੰਦੀ ਹੈ ਜਾਂ ਇਹੋ ਜਿਹਾ ਕੋਈ ਕੰਮ ਦਾ ਤੇ ਆ ਕੇ ਇਹਨਾਂ ਦੇ ਤਰਲੇ ਪਾਉਂਦੇ ਨੇ ਸਾਡੇ ਨਾਲ, ਚਲੋ ਸਾਨੂੰ ਫਲਾਣੀ ਬੂਟੀ ਲੈ ਦਿਓ। ਤੇ ਮਜ਼ੀਦ ਇਹਨਾਂ ਨਾਲ ਗੱਲਾਂ ਕਰਦੇ ਰਵਾਂਗੇ, ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ। ਇਨਸ਼ਾਅੱਲਾ ਤਾਲਾ ਨੈਕਸਟ ਵੀਡੀਓ ਦੇ ਵਿੱਚ ਫਿਰ ਮੈਂ ਕੋਸ਼ਿਸ਼ ਕਰਾਂਗਾ ਕੱਲ ਪਰਸੋਂ ਚੌਥ ਜਦੋਂ ਵੀ ਟਾਈਮ ਮਿਲੇ ਬਸ਼ਰਤੇ ਜ਼ਿੰਦਗੀ, ਤੇ ਮੈਂ ਇਹਨਾਂ ਨੂੰ ਫਿਰ ਲੱਭ ਕੇ ਤੇ ਤੁਹਾਡੇ ਨਾਲ ਫਿਰ ਮੁਲਾਕਾਤ ਕਰਾ ਸਕਾਂਗਾ। ਠੀਕ ਹੈ ਬਾਬਾ ਜੀ। ਤੇ ਬਾਬਾ ਜੀ ਅਗਲੀ ਵੀਡੀਓ ਦੇ ਵਿੱਚ ਨਾ ਹਾਂਜੀ ਤੁਹਾਂ ਅਜ਼ੀਜ਼ ਗੱਲ ਰੱਖਣਾ ਹੈ, ਜੀ ਜੀ ਭਾਵੇਂ ਉਹ ਯਾਦ ਕਰੋ ਜੀ ਤੇ ਭਾਵੇਂ ਜਿਵੇਂ ਮਰਜ਼ੀ ਕਰੋ। ਅਗਲੀ ਵੀਡੀਓ ਦੇ ਵਿੱਚ ਕੁਸ਼ਤਾ ਤਾਂਬਾ ਜੀ ਤੇ ਕੁਸ਼ਤਾ ਲੀਲਾ ਜੀ ਸਹੀ ਬਣਾਉਣ ਦੀ ਤਰਕੀਬ ਤੁਹਾਂ ਸਾਡੇ ਦੋਸਤਾਂ ਨੂੰ ਦੱਸਣੀ। ਬਿਲਕੁਲ ਇਨਸ਼ਾਅੱਲਾ। ਠੀਕ ਹੈ, ਠੀਕ ਠੀਕ ਹੋ ਗਿਆ। ਠੀਕ ਹੋ ਉਹ ਤੁਸੀਂ ਆਪਣੇ ਜ਼ਿਹਨ 'ਚ ਭਾਰ ਪਾ ਲਓ, ਜੋ ਮਰਜ਼ੀ ਹੈ। ਜਦੋਂ ਮੈਂ ਤੁਹਾਨੂੰ ਮਿਲਾਂ ਦਿਹਾੜੀ ਤੂੰ ਚਾਹੂੰ ਨੂੰ ਠੀਕ ਇੱਕ ਕੁਸ਼ਤਾ ਤਾਂਬਾ ਸਹੀ ਬਣਾਉਣ ਦੀ, ਜੀ ਬਿਲਕੁਲ ਉਹ ਤੁਹਾਡੀ ਗੱਲ ਸੁਣ ਕੇ ਤੂੰ ਬਣਾ ਸਕਣਾ। ਠੀਕ ਹੈ ਤੇ ਇੱਕ ਕੁਸ਼ਤਾ ਲੀਲਾ ਬਣਾਉਣ ਦੀ, ਸਫੈਦ ਬਾ ਕਰੰਟ ਠੀਕ ਬਣਾਉਣ ਦੀ ਤੁਹਾਂ ਤਰਕੀਬ ਇਹਨਾਂ ਨੂੰ ਦੱਸਣੀ। ਬਿਲਕੁਲ ਠੀਕ ਹੈ ਜੀ। ਠੀਕ। ਅੱਲਾਹ